ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਦਰਅਸਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਜਿਹੜੇ ਵੀ ਸਮਾਜ ਨੂੰ ਪੰਥ ਨੂੰ ਦਰਪੇਸ਼ ਮਸਲੇ ਹਨ ਉਹਨਾਂ ਦੇ ਬਾਰੇ ਥੋੜ੍ਹੀ ਜਿਹੀ ਹਟਵੀਂ ਪਰ ਡੂੰਘੀ ਵਿਚਾਰ ਤੁਹਾਡੇ ਨਾਲ ਸਾਂਝੀ ਕਰੀਏ। ਦਰਅਸਲ ਜਿਸ ਸਮਾਜ ਦੇ ਵਿੱਚ ਅਸੀਂ ਵਿਚਰ ਰਹੇ ਹਾਂ, ਜਿਸ ਸਮੇਂ ਦੇ ਵਿੱਚੋਂ ਅਸੀਂ ਗੁਜ਼ਰ ਰਹੇ ਹਾਂ, ਮੈਂ ਬਹੁਤ ਹੀ ਨਿਮਰਤਾ ਸਹਿਤ ਅੱਜ ਦਾ ਇਹ ਪ੍ਰੋਗਰਾਮ ਕਰਦਿਆਂ ਹੋਇਆਂ ਇੱਕ ਉਚੇਚੀ ਬੇਨਤੀ ਕਰਨੀ ਚਾਹਾਂਗਾ ਕਿ ਇਸ ਪ੍ਰੋਗਰਾਮ ਨੂੰ ਇੱਕ ਆਮ ਐਪੀਸੋਡ ਨਾ ਸਮਝ ਲਿਆ ਜਾਏ। ਇਸ ਪ੍ਰੋਗਰਾਮ ਨੂੰ ਰੋਜ਼ਾਨਾ ਦੀ ਤਰ੍ਹਾਂ ਕਿਸੇ ਨਾ ਕਿਸੇ ਇਸ਼ੂ ਨੂੰ ਲੈ ਕੇ ਤੁਹਾਡੇ ਨਾਲ ਗੱਲਬਾਤ ਕਰ ਲਈ, ਤੁਹਾਡੇ ਵਿਚਾਰ ਲੈ ਲਏ, ਕੁਝ ਆਪਣੇ ਦੇ ਦਿੱਤੇ, ਇਸ ਨੂੰ ਕੇਵਲ ਇੱਥੇ ਤੱਕ ਨਾ ਸਮਝਿਆ ਜਾਏ। ਦਰਅਸਲ ਜਿਸ ਦੌਰ 'ਚੋਂ ਅਸੀਂ ਗੁਜ਼ਰ ਰਹੇ ਹਾਂ ਉਹ ਬਹੁਤ ਹੀ ਗੰਭੀਰ ਦੌਰ ਹੈ। ਮੈਂ ਪੂਰੀ ਜ਼ਿੰਮੇਵਾਰੀ ਦੇ ਨਾਲ ਤੁਹਾਨੂੰ ਮੁਖਾਤਬ ਹੋ ਕੇ ਇੱਕ ਅਰਜ਼ ਕਰਨੀ ਚਾਹਾਂਗਾ ਕਿ ਅੱਜ ਦਾ ਇਹ ਜੋ ਪ੍ਰੋਗਰਾਮ ਹੈ, ਅੱਜ ਜਿਸ ਵਿਸ਼ੇ ਦੇ ਉੱਤੇ ਅਸੀਂ ਤੁਹਾਨੂੰ ਜਾਣਕਾਰੀ ਦੇਣ ਜਾ ਰਹੇ ਹਾਂ, ਅਗਰ ਅਸੀਂ ਸਮੇਂ ਰਹਿੰਦੇ ਕੋਈ ਕਾਰਵਾਈ ਨਾ ਕੀਤੀ ਤਾਂ ਸ਼ਾਇਦ ਸਾਡੀ ਹੋਂਦ ਦੇ ਉੱਤੇ ਬੜਾ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਜਾਏਗਾ। ਇਹ ਕੇਵਲ ਭਾਵਨਾਤਮਕ ਜਾਂ ਭਾਵਨਾਵਾਂ ਦੇ ਵਿੱਚ ਆ ਕੇ ਕਹੀ ਹੋਈ ਗੱਲ ਨਹੀਂ। ਦਰਅਸਲ ਹਮਲੇ ਦੇ ਢੰਗ ਬਦਲਦੇ ਹਨ, ਰੂਪ ਬਦਲਦੇ ਹਨ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਚਲਾਇਆ ਹੋਇਆ ਨਿਰਮਲ ਪੰਥ, ਇਸ ਨੂੰ ਹਮੇਸ਼ਾ ਹੀ ਕਈ ਕਿਸਮ ਦੀਆਂ ਹਨੇਰੀਆਂ ਅਤੇ ਝੱਖੜ ਦਾ ਮੁਕਾਬਲਾ ਕਰਨਾ ਪਿਆ, ਕਈ ਤੂਫਾਨਾਂ ਦੇ ਵਿੱਚੋਂ ਲੰਘਣਾ ਪਿਆ। ਸ਼ਾਇਦ ਕੋਈ ਐਸਾ ਨਵਾਂ ਤਰੀਕਾ ਨਹੀਂ ਜੋ ਇਸ ਦੀ ਲੋਅ ਨੂੰ ਮਿਟਾਉਣ ਦੇ ਲਈ ਵਕਤ ਦੇ ਉੱਤੇ ਨਾ ਵਰਤਿਆ ਗਿਆ। ਪਰ ਅੱਜ ਦੇ ਦੌਰ ਵਿੱਚ ਜਿਸ ਢੰਗ ਦੇ ਨਾਲ ਇਸ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਉੱਤੇ ਜਿਹੜੇ ਹਮਲੇ ਹੋ ਰਹੇ ਹਨ, ਅਗਰ ਅਸੀਂ ਵਕਤ ਰਹਿੰਦੇ ਨਾ ਚੇਤੇ ਤਾਂ ਫਿਰ ਜਿਵੇਂ ਹਜ਼ੂਰ ਦਾ ਫਰਮਾਨ ਹੈ, ਅੱਗੇ ਦੇ ਜਾਂ ਚੇਤੀਏ ਤਾਂ ਕਾਇਤ ਮਿਲੇ ਸਜਾਏ, ਬਹੁਤ ਹੀ ਗੰਭੀਰ ਹੈ। ਪੰਥ ਕੇਵਲ ਇੱਕ ਲਫ਼ਜ਼ ਨਹੀਂ ਹੈ, ਇਸ ਨੂੰ ਬੜੇ ਸਿੱਧੇ ਲਫ਼ਜ਼ਾਂ ਦੇ ਵਿੱਚ ਇਸ ਦੀ ਪਰਿਭਾਸ਼ਾ ਵੀ ਨਹੀਂ ਦਿੱਤੀ ਜਾ ਸਕਦੀ। ਇਸ ਨੂੰ ਇੱਕ ਦੋ ਕਿਸੇ ਡਿਕਸ਼ਨਰੀ ਦੇ ਵਿੱਚੋਂ ਵੀ ਇਸ ਦਾ ਮਤਲਬ ਨਹੀਂ ਲਿਆ ਜਾ ਸਕਦਾ। ਕਿਹਾ ਜਾਂਦਾ ਹੈ ਕਿ ਜਦੋਂ ਸਿੱਖ ਰਾਜ ਦੀ ਸਮਾਪਤੀ ਦੇ ਬਾਅਦ ਲਾਰਡ ਡਲਹੌਜ਼ੀ ਉਹ ਪੰਜਾਬ ਦੇ ਖੇਤਾਂ ਦੇ ਵਿੱਚੋਂ ਲੰਘ ਰਿਹਾ ਸੀ ਔਰ ਇਸ ਤੋਂ ਪਹਿਲਾਂ ਉਹ ਕਈਆਂ ਨੂੰ ਪੁੱਛ ਚੁੱਕਾ ਸੀ, ਪੰਥ ਕੀ ਹੁੰਦਾ ਹੈ, ਪੰਥ ਕਿਸ ਨੂੰ ਕਹਿੰਦੇ ਹੈ, ਪੰਥ ਕੀ ਚੀਜ਼ ਹੈ। ਕਿਸੇ ਨੇ ਉਸ ਦਾ ਤਸੱਲੀ ਬਖਸ਼ ਜਵਾਬ ਨਾ ਦਿੱਤਾ। ਉਸ ਨੂੰ ਦੂਰ ਖੇਤਾਂ ਦੇ ਵਿੱਚ ਇੱਕ ਬਜ਼ੁਰਗ ਸਿੰਘ ਨਜ਼ਰ ਆਇਆ ਜਿਹੜਾ ਹਲ ਵਾਹ ਰਿਹਾ ਸੀ। ਉਸ ਦੇ ਕੋਲ ਗਿਆ। ਸਿੱਖ ਰਾਜ ਜਾ ਚੁੱਕਾ ਸੀ ਔਰ ਉਸ ਦੇ ਕੋਲ ਜਾ ਕੇ ਕਹਿਣ ਲੱਗਾ, ਬਾਬਾ ਜੀ ਪੰਥ ਕੀ ਹੁੰਦਾ? ਉਸ ਬਜ਼ੁਰਗ ਦੀਆਂ ਅੱਖਾਂ ਦੇ ਵਿੱਚੋਂ ਲਹੂ ਵਗ ਆਇਆ। ਬਹੁਤ ਹੀ ਵੀਰ ਰਸ ਦੇ ਵਿੱਚ ਆ ਕੇ ਕਹਿਣ ਲੱਗਾ, ਪੰਥ ਕੀ ਹੁੰਦਾ ਹੈ? ਪੰਥ ਕਿਸ ਨੂੰ ਕਹਿੰਦੇ ਹੈ? ਪੰਥ ਕੀ ਚੀਜ਼ ਹੈ? ਔਰ ਉਸ ਦੇ ਬਾਅਦ ਉਸਨੇ ਬੜੇ ਜ਼ੋਰ ਦੀ ਉਸ ਹਲ ਦੇ
ਹੱਥੇ ਦੇ ਉੱਤੇ ਹੱਥ ਮਾਰਿਆ ਤੇ ਉਹ ਜਿਹੜਾ ਹੱਥਾ ਸੀ ਉਹ ਟੁੱਟ ਗਿਆ। ਡਲਹੌਜ਼ੀ ਕਹਿਣ ਲੱਗਾ ਮੈਨੂੰ ਪਤਾ ਲੱਗ ਗਿਆ ਪੰਥ ਕੀ ਚੀਜ਼ ਹੈ। ਕੋਈ ਸਮਾਂ ਸੀ ਪੰਥ ਦਾ ਨਾਂ ਸੁਣ ਕੇ ਇੱਕ ਐਸੀ ਚਰਨਾਹਟ ਪੈਂਦੀ ਸੀ, ਪੰਥ ਦੇ ਨਾਂ ਦੇ ਉੱਤੇ ਸਭ ਕੁਝ ਵਾਰਨ ਲਈ ਤੁਰ ਪੈਂਦੇ ਸੀ। ਅੱਜ ਉਹ ਪੰਥ ਕਿੱਥੇ ਹੈ? ਕੀ ਕਿਸੇ ਭੀੜ ਨੂੰ ਹੀ ਪੰਥ ਕਿਹਾ ਜਾਏਗਾ? ਕੀ ਕਿਧਰੇ ਬੰਦੇ ਇਕੱਠੇ ਕਰਕੇ ਵੋਟਾਂ ਪਾਉਣ ਲਈ ਲੈ ਜਾਣ ਵਾਲੇ ਬੰਦਿਆਂ ਦੇ ਉਹਨਾਂ ਨੂੰ ਪੰਥ ਕਵਾਂਗੇ? ਆ ਹਜੂਮੇ ਖੁਸ਼ ਕੇ ਬਹਿਰੇ ਬੰਦਗੀ ਅਸਤ, ਆ ਹਜੂਮੇ ਖੁਸ਼ ਕੇ ਬਹਿਰੇ ਜ਼ਿੰਦਗੀ ਅਸਤ। ਜਿੱਥੇ ਜ਼ਿੰਦਗੀ ਦੀ ਗੱਲ ਹੋਏ, ਜਿੱਥੇ ਬੰਦਗੀ ਦੀ ਗੱਲ ਹੋਏ, ਜਿੱਥੇ ਉਸ ਇੱਕ ਦੀ ਗੱਲ ਹੋਏ, ਉਸ ਦਾ ਨਾਂ ਪੰਥ ਸੀ। ਪੰਥ ਉਹ ਸੀ ਜਿਹਦੇ ਅੱਗੇ ਗੁਰੂ ਸਾਹਿਬ ਨੇ ਵੀ ਆਪਣਾ ਸੀਸ ਨਿਵਾਇਆ ਸੀ। ਅੱਜ ਉਸ ਪੰਥ ਦੀ ਹੋਂਦ ਦੇ ਉੱਤੇ ਇੱਕ ਬਹੁਤ ਵੱਡਾ ਪ੍ਰਸ਼ਨ ਚਿੰਨ੍ਹ ਲੱਗ ਰਿਹਾ ਹੈ, ਕਿਉਂਕਿ ਪੰਥ ਦੀਆਂ ਸਾਰੀਆਂ ਜਿਹੜੇ ਹਿੱਸੇ ਹਨ ਉਹਨਾਂ ਦੇ ਉੱਤੇ ਆਹਿਸਤਾ ਉਹਨਾਂ ਨੂੰ ਨਿਰਸਤ ਕਰ ਦਿੱਤਾ ਗਿਆ। ਜਿਹੜੇ ਮੁੱਦੇ ਚੁੱਕਣੇ ਚਾਹੀਦੇ ਹੈ ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਗੱਲ ਕਰਨੀ ਤਾਂ ਦੂਰ ਰਹਿ ਗਈ, ਸ਼ਾਇਦ ਉਹਨਾਂ ਦੇ ਬਾਰੇ ਕਿਸੇ ਨੂੰ ਇਲਮ ਵੀ ਨਹੀਂ ਹੈ, ਸ਼ਾਇਦ ਕਿਸੇ ਨੂੰ ਅਹਿਸਾਸ ਵੀ ਨਹੀਂ ਹੈ। ਮੈਂ ਕੇਵਲ ਇੱਕ ਛੋਟਾ ਜਿਹਾ ਨੁਕਤਾ ਦੇਣਾ ਚਾਹਾਂਗਾ। ਸਾਡੇ ਵਿੱਚੋਂ ਕਿੰਨਿਆਂ ਕੁ ਨੂੰ ਪਤਾ ਹੈ ਕਿ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ 1925 ਦੇ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਬਾਅਦ ਹੋਂਦ ਵਿੱਚ ਆਈ, ਜਿਸ ਦੇ ਲਈ ਅਥਾਹ ਕੁਰਬਾਨੀਆਂ ਕੀਤੀਆਂ ਗਈਆਂ, ਕੁੜਕੀਆਂ ਜਪਤੀਆਂ ਹੋਈਆਂ, ਮਾਰਾਂ ਖਾਧੀਆਂ, ਸ਼ਹੀਦੀਆਂ ਪਾਈਆਂ, ਸਭ ਕੁਝ ਹੋਇਆ, ਅੰਗਰੇਜ਼ਾਂ ਨੂੰ ਵੀ ਝੁਕਣਾ ਪਿਆ ਔਰ ਅਖੀਰ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਔਰ ਜਿਹੜਾ ਉਸ ਦਾ ਪ੍ਰੀਐਂਬਲ ਸੀ, ਸਰ ਮੈਲਕਮ ਹੇਲੀ ਜਿਹੜਾ ਗਵਰਨਰ ਸੀ, ਉਸਨੇ ਜਦੋਂ ਬਿੱਲ ਪੇਸ਼ ਕੀਤਾ, ਉਸ ਗੁਰਦੁਆਰਾ ਐਕਟ ਦੀ ਪ੍ਰੀਐਂਬਲ ਜਾਂ ਉਹਦੇ ਬੁਨਿਆਦ ਦੇ ਵਿੱਚ ਲਿਖਿਆ ਕਿ ਇਹ ਐਕਟ ਦਿੱਤਾ ਜਾ ਰਿਹਾ ਹੈ ਕਿ ਸਿੱਖ ਆਪਣੇ ਮਸਲੇ, ਗੁਰਦੁਆਰਿਆਂ ਦੇ ਮਸਲੇ ਖੁਦ ਤੈਅ ਕਰਨ। ਕਈ ਦਫਾ ਇਹ ਬੜਾ ਵੱਡਾ ਭੁਲੇਖਾ ਪਾਇਆ ਜਾਂਦਾ ਹੈ, ਸਰਕਾਰ ਦਾ ਬਣਾਇਆ ਹੋਇਆ ਐਕਟ ਕਿਉਂ ਲਈਏ। ਦਰਅਸਲ ਜੇ ਇੱਕ ਲਫ਼ਜ਼ ਵਿੱਚ ਇਸ ਨੂੰ ਕੋਸ਼ਿਸ਼ ਕਰਾਂ ਦੱਸ ਦੇਣ ਦੀ, ਇਟ ਇਜ਼ ਏ ਕਿੰਗਸ ਪ੍ਰੋਕਲੇਮੇਸ਼ਨ ਦੈਟ ਦਾ ਕਿੰਗ ਵਿਲ ਨਾਟ ਇੰਟਰਫੀਅਰ ਇਨ ਆਵਰ ਅਫੇਅਰਸ। ਇਹ ਸ਼ਾਹੀ ਫਰਮਾਨ ਹੈ ਕਿ ਸ਼ਹਿਨਸ਼ਾਹ ਸਾਡੇ ਮਾਮਲਿਆਂ ਦੇ ਵਿੱਚ ਦਖਲ ਨਹੀਂ ਦੇਗਾ। ਜੇਕਰ ਹਿੰਦੁਸਤਾਨ ਨੂੰ ਵੀ ਆਜ਼ਾਦੀ ਮਿਲੀ ਹੈ, ਗੁਲਾਮੀ ਤੋਂ ਨਿਜਾਤ ਮਿਲੀ ਹੈ, ਤਾਂ ਉਹ ਬਿੱਲ ਵੀ ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ ਸੀ ਕਿ ਅੱਜ ਤੋਂ ਬਾਅਦ ਬਰਤਾਨੀਆ ਦੀ ਸਰਕਾਰ ਜਾਂ ਉੱਥੇ ਦਾ ਕਿੰਗ ਜਾਂ ਕੁਈਨ, ਉਹਨਾਂ ਦਾ ਤੁਹਾਡੇ ਤੇ ਕੋਈ ਦਖਲ ਨਹੀਂ ਰਹਿ ਗਿਆ। ਦਰਅਸਲ ਇਹ ਇੱਕ ਖੁਦ ਮੁਖਤਿਆਰੀ ਦਾ ਇੱਕ ਬੜਾ ਵੱਡਾ ਦਸਤਾਵੇਜ਼ ਸੀ। ਇਸ ਦੇ ਬਾਰੇ ਹੋਰ ਬੜੇ ਪੱਖ ਹਨ ਜਿਹੜਾ ਸਾਡਾ ਅੱਜ ਮਕਸਦ ਨਹੀਂ ਹੈ, ਪਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਂਦ ਨੂੰ ਹੀ ਬਹੁਤ ਵੱਡਾ ਖਤਰਾ ਔਰ ਸਹੀ ਮਾਇਨੇ ਦੇ ਵਿੱਚ ਖਤਰਾ। 1925 ਵਿੱਚ ਬਣਾਈ ਹੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਗਰੇਜ਼ਾਂ ਨੇ ਤੌਬਾ ਕਰ ਲਈ, 1947 ਤੱਕ ਉਸ ਦੇ ਵਿੱਚ ਕੋਈ ਦਖਲ ਨਾ ਦਿੱਤਾ। ਬਹੁਤ ਲੰਬੀ ਗਾਥਾ ਹੈ, ਬਹੁਤ ਲੰਬਾ ਇਤਿਹਾਸ ਹੈ ਔਰ ਗੌਰਵਮਈ ਇਤਿਹਾਸ ਹੈ। ਪਰ 1947 ਆਉਣ ਤੋਂ ਬਾਅਦ ਮੈਂ ਕੇਵਲ ਇੱਕ ਗੱਲ ਕਹਿਣੀ ਚਾਹਾਂਗਾ। ਮਾਸਟਰ ਤਾਰਾ ਸਿੰਘ ਜੀ ਨੇ ਆਪਣੀ ਡਾਇਰੀ ਦੇ ਵਿੱਚ ਲਿਖਿਆ, ਕਹਿਣ ਲੱਗੇ ਅੰਗਰੇਜ਼ ਜਾ ਰਹੇ ਹੈ, ਮੈਨੂੰ ਹੁਣ ਡਰ ਲੱਗ ਰਿਹਾ ਹੈ। ਇਹ 1947 ਦੀ ਉਹਨਾਂ ਦੀ ਲਿਖਤ ਹੈ, ਜਿਹੜੀ ਅੱਜ ਕਿੰਨੀ ਸੱਚ ਹੈ
ਇਹ ਸਾਡੇ ਸਾਹਮਣੇ ਹੈ। ਉਹਨਾਂ ਨੇ ਕਿਹਾ ਕਿ ਅੰਗਰੇਜ਼ ਜਾ ਰਹੇ ਹੈ, ਮੈਨੂੰ ਹੁਣ ਡਰ ਲੱਗ ਰਿਹਾ ਹੈ। ਅੱਜ ਤੋਂ ਪਹਿਲੇ ਅਗਰ ਕੋਈ ਸਿੱਖ ਜਿੰਨਾ ਮਰਜ਼ੀ ਬੇਈਮਾਨ ਹੋ ਜਾਏ, ਜਿੰਨਾ ਮਰਜ਼ੀ ਗਦਾਰੀ ਕਰ ਲਵੇ, ਜੋ ਮਰਜ਼ੀ ਕਰ ਲਵੇ, ਪਰ ਉਹ ਅੰਗਰੇਜ਼ ਨਹੀਂ ਸੀ ਬਣ ਸਕਦਾ। ਪਰ ਅੱਜ ਤੋਂ ਬਾਅਦ ਉਸ ਨੂੰ ਹਾਕਮ ਸ਼੍ਰੇਣੀ ਵਿੱਚ ਆਉਣ ਲਈ, ਉਸ ਨੂੰ ਬਹੁਸੰਮਤੀ ਦੇ ਵਿੱਚ ਆਉਣ ਲਈ ਕੇਵਲ 2 ਮਿੰਟ ਦਾ ਸਮਾਂ ਲੱਗੇਗਾ। ਇਹ ਗੱਲ ਕਿਤਨੀ ਸਟੀਕ ਹੈ ਔਰ ਸੱਚ ਹੈ, ਇਸ ਨੂੰ ਸਹਿਜੇ ਅਨੁਮਾਨਿਆ ਜਾ ਸਕਦਾ ਹੈ। ਉਹਨਾਂ ਨੇ ਆਪਣੀ ਇੱਕ ਹੋਰ ਲਿਖਤ ਵਿੱਚ ਲਿਖਿਆ, ਕਹਿਣ ਲੱਗੇ, ਮੈਂ ਰੇਲ ਦੇ ਵਿੱਚ ਸਫ਼ਰ ਕਰ ਰਿਹਾ ਸੀ, ਮੇਰੇ ਨਾਲ ਇੱਕ ਲਾਲਾ ਜੀ ਬੈਠੇ ਸੀ ਤੇ ਬਾਰ-ਬਾਰ ਮੈਨੂੰ ਸੁਣਾ ਕੇ ਕਹਿ ਰਹੇ ਸੀ कि हम केवल विद्या प्रणाली में संशोधन करेंगे और 5 वर्षों में मुसलमानों की मुसलमानी निकाल देंगे। उन्हें 2-3 बारी किया, मास्टर जी कहन लगे मैनू चंगा ना लगा। अखीर मैं बोल ही पिया, मैं क्या कितना समा दिता है उन्होंने? कहते जी 5 वर्षों में हम केवल विद्या प्रणाली में संशोधन करेंगे और इनकी मुसलमानी निकाल देंगे। तो मास्टर जी पूछण लगे फिर सानू कितना समा दिता? अगों खिसियानी हासी हंस के कहन लगा, आप तो हैं ही हिंदू, आप तो हैं ही हमारे, आपके साथ क्या? 1953 ਦੇ ਵਿੱਚ हिंदू कोड बिल आया, ਵੱਖਰੀ ਹੋਂਦ खत्म कर दी गई। ਉਹਦੇ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖਤਮ ਕਰਨ ਲਈ ਇੱਕ ਵਿੱਚ ਮੱਦ ਪਾ ਦਿੱਤੀ ਗਈ ਸਹਿਜਧਾਰੀ ਦੇ ਨਾਂ ਥੱਲੇ, ਔਰ ਇਸ ਮੱਦ ਦੇ ਥੱਲੇ ਸਾਰੇ ਰਿਕਾਰਡ ਮੌਜੂਦ ਹੈ। ਬਹੁਤ ਵੱਡੀ ਗਿਣਤੀ ਦੇ ਵਿੱਚ ਨਾਨ ਸਿੱਖਸ, ਗੈਰ ਸਿੱਖਾਂ ਨੂੰ ਵੋਟਰ ਬਣਾਇਆ ਗਿਆ ਤਾਂ ਕਿ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕੀਤਾ ਜਾ ਸਕੇ। ਬਹੁਤ ਵੱਡੀ ਗਿਣਤੀ ਵਿੱਚ ਉਹਨਾਂ ਲਾਈਨਾਂ ਦੇ ਵਿੱਚ ਐਸੇ ਬੰਦੇ ਨਜ਼ਰ ਆ ਰਹੇ ਸੀ ਜਿਹੜਾ ਨਾ ਸਰੂਪ ਤੋਂ ਨਾ ਕਿਸੇ ਪੱਖੋਂ ਵੀ ਕਿਧਰੇ ਦੂਰ ਦੂਰ ਤੱਕ ਉਹਨਾਂ ਦਾ ਸਿੱਖੀ ਨਾਲ ਵਾਸਤਾ ਸੀ। ਉਹਨਾਂ ਦੇ ਜੇਬਾਂ ਦੇ ਵਿੱਚ ਸਿਗਰਟ ਦੀਆਂ ਡੱਬੀਆਂ ਵੀ ਸੀ, ਪਰ ਸਰਕਾਰ ਬਜ਼ਿੱਦ ਸੀ ਕਿ ਨਹੀਂ, ਇਹ ਮੱਦ ਰੱਖਣੀ ਹੈ। ਹਾਲਾਂ 1938 1973 ਕਈ ਦਫਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਪਾਸ ਕਰ ਚੁੱਕੀ ਸੀ ਕਿ ਇਹ ਸਹਿਜਧਾਰੀ ਦੀ ਮੱਦ ਵਿੱਚ ਪਾਈ ਗਈ ਹੈ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕਰਨ ਲਈ। ਜਦੋਂ ਮਰਜ਼ੀ ਚਾਹੇਗੀ ਕੋਈ ਵੀ ਪਾਰਟੀ, ਕੋਈ ਵੀ ਪੋਲੀਟੀਕਲ ਪਾਰਟੀ ਜਦੋਂ ਚਾਹੇ ਆਪਣੇ ਪੂਰੇ ਕੈਡਰ ਨੂੰ ਕਵੇ ਤੁਸੀਂ ਅਗਰ ਵੋਟਰ ਦੇ ਵਿੱਚ ਆਪਣਾ ਨਾਂ ਲਿਖਾ ਦਿਓ ਕੁਦਰਤੀ ਤੌਰ ਦੇ ਉੱਤੇ, ਫਿਰ ਹੋ ਸਕਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਕੋਈ ਮੋਹਨ ਲਾਲ ਸ਼ਰਮਾ ਹੋ ਜਾਏਗਾ। ਬਹੁਤ ਹੀ ਗੰਭੀਰ ਵਿਸ਼ਾ ਸੀ, ਪਰ ਕੁਦਰਤ ਦੇ ਆਪਣੇ ਨਿਯਮ ਹਨ। 1966 ਵਿੱਚ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਹੋਈ, ਮੰਗਿਆ ਸੀ ਪੰਜਾਬੀ ਸੂਬਾ, ਮੰਗੀ ਸੀ ਪੰਜਾਬੀ ਜ਼ਬਾਨ ਦੇ ਉੱਤੇ ਇੱਕ ਸਟੇਟ, ਪਰ ਉਸ ਦੇ ਨਾਲ ਕੀਤਾ ਕਿ ਸਰਕਾਰ ਨੇ 1966 ਦੇ ਵਿੱਚ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਲਿਆ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਕਾਰਪੋਰੇਸ਼ਨ ਡਿਕਲੇਅਰ ਕਰਾ ਦਿੱਤਾ। ਅਸੀਂ ਕਵਾਂਗੇ ਸਾਨੂੰ ਪਤਾ ਨਹੀਂ, ਕਿਸ ਨੂੰ ਪਤਾ ਹੋਏਗਾ, ਕਿੱਦਾਂ ਪਤਾ ਲੱਗੇਗਾ? ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਸਰਕਾਰੀ ਕਾਰਪੋਰੇਸ਼ਨ ਹੈ, ਔਰ ਇਸ ਕਾਰਪੋਰੇਸ਼ਨ ਦੇ ਨਿਯਮ ਬਣਾਉਣ ਜਾਂ ਬਦਲਣ ਦੀ ਜ਼ਿੰਮੇਵਾਰੀ ਜਾਂ ਅਧਿਕਾਰ ਭਾਰਤ ਸਰਕਾਰ ਦੇ ਕੋਲ ਹੈ। ਡਿਪਟੀ ਸੈਕਟਰੀ ਬੈਠਾ ਭਾਰਤ ਸਰਕਾਰ ਦਾ ਦਿੱਲੀ ਦੇ ਵਿੱਚ, ਜਦੋਂ ਮਰਜ਼ੀ ਚਾਹੁੰਦਾ ਸੀ ਇੱਕ ਆਰਡਰ ਜਾਰੀ ਕਰਕੇ ਉਸ 1925 ਦੇ ਐਕਟ ਵੀ ਤਰਮੀਮ ਕਰ ਦਿੰਦਾ ਸੀ, ਜਿਸ ਐਕਟ ਨੂੰ ਬਣਾਉਣ ਲਈ ਜਿਹਦੀ ਇੱਕ ਇੱਕ ਮੱਦ ਦੇ ਉੱਤੇ ਕਿੰਨੇ ਕਿੰਨੇ ਮਹੀਨਿਆਂ ਬੱਧੀ ਬਹਿਸ ਹੁੰਦੀ ਰਹੀ। 1983 ਦੇ ਵਿੱਚ ਆ ਕੇ ਬੜੀ ਹੈਰਾਨੀ ਦੀ ਗੱਲ ਹੈ, ਲਾਲ ਕ੍ਰਿਸ਼ਨ ਅਡਵਾਨੀ ਜਦੋਂ ਹੋਮ ਮਿਨਿਸਟਰ ਬਣੇ, ਉਹਨਾਂ ਦੇ ਕੋਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹ ਸਹਿਜਧਾਰੀ ਦੀ ਮੱਦ ਹਟਵਾ ਲਈ।
पर सरकार जदों कुछ देंदी है तो ये ऐसी बकरी है जिहड़ी मींगणा पा के दुध देंदी। सरकार ने ऑर्डर तो किया कि सहजधारी की मद हटा ली जाए, पर उस दे नाल एक्ट की तरमीम एक्ट नाल होनी चाहिए सी। उन्होंने केवल एक ऑफिस ऑर्डर दे नाल ये तरमीम कर दी। कुछ पंथ विरोधी पतत ग्रुपां वल्लों इस ऑर्डर नूं चैलेंज किया गया हाई कोर्ट दे विच, और हाई कोर्ट ने मान लिया कि वाकई ही एक्ट की तरमीम एक्ट नाल होनी चाहिए सी। ये जिहड़े सो कॉल्ड सहजधारी है इन्हां नूं वोट का अधिकार है। हुण मामला सुप्रीम कोर्ट दे विच है। इस दौरान चोणां होईयां, पर इस बना दे उत्ते नवीं बनी श्रोमणी गुरुद्वारा प्रबंधक कमेटी नूं चार्ज नहीं दिता गया। बहुत ही मुढ़ला प्रश्न है, इन्नी वड्डी एक डेमोक्रेटिक ऑर्गेनाइजेशन होवे, इन्नी वड्डी संस्था होवे, और जिस दे केवल एग्जैक्टिव दे मैंबर बह के बजट पास करन और जो मर्जी कर लैन, ये आने वाले समय लई बहुत वड्डा खतरा है। श्रोमणी गुरुद्वारा प्रबंधक कमेटी अगर खत्म हो जाती है, तुसी एक छोटा जिहा उदाहरण लै लो, स्थानक किसी गुरुद्वारे की कमेटी अचानक टुट जाए, किन्नियां लड़ाइयां झगड़े मार कुटाइयां और केस होंदे है। जे सारे पंजाब दे विच एक किस्म की इदां दी अबतरी फैल जाए तो फिर वो महंतां वाला पीरियड नहीं आएगा, बल्कि मसंदां वाला पीरियड फिर दोबारा आ जाएगा। हर गुरुद्वारे दे विच जिहड़े है किस किस्म का मंजर होएगा, ये सहजे अनुमानिया जा सकता है। बहुत ही गंभीर हाथ जोड़ के बेनती है, इस मामले नूं गंभीरता दे नाल सोचो। असीं गैर संजीदा जिन्हां दी लोड़ नहीं, बिल्कुल जिन्हां मसलियां दी ज़रूरत नहीं, अपनी सारी ताकत उन्हां दे विच उलझाई जा रहे हैं। कदे कैलेंडर दा, कदे दसम बाणी दा, कदे नितनेम दा, कदे अरदास दा, कदे साडे बाणे दा, हर चीज़ नूं लैके जरूर कोई ना कोई विवाद पैदा किया जा रहा है। लोड़ है सानू 1947 तो पहले वाली सिक्खी मोड़ दी जाए, जिहड़ी वाकई ही वो गुरु पंथ वाली सिक्खी सी। ये जिन्नियां इल्लतां, जिन्नियां बदमाशियां, जिन्नियां शरारतां, ये सब 1947 तो बाद दियां हन, और उहदा कारण थोड़ा जिहा पिछोकड़ तुहाडे नाल साझा कीता। समा है एक वक्फे दा, तुहाडे नाल कोशिश करांगे अगर साडे नाल इस मसले दे उत्ते गल करन लई एक अहम शख्सियत नूं असीं कोशिश कर रहे हैं, जे साडे नाल जुड़ सके तो ये बहुत वड्डी गल होएगी। एक वक्फा। आयो शरण तुम्हारी, आयो शरण तुम्हारी, आयो शरण तुम्हारी, आयो सत बोल, सत बोल, सत बोल, सत बोल। अद्धा घंटा खड़ा रहा, इदां अरदासां भी कीतियां, पतासे भी चढ़ाए। मैनू इधर आके जवाब दे भी की सिੱਖਿਆ? कुछ भी नहीं। मैनू सवाल कर, मैनू सिख नूं सवाल कर, किसे नूं चढ़दी कला वाले नूं सवाल कर भी गुरु ग्रंथ साहब नूं मत्था क्यों टेकिया? मैं तेनू पुछिया क्यों टेकिया, की मिलिया? कुछ भी नहीं। मैनू पुछ क्यों टेकिया? तां टेकिया इहो जे बचन नहीं सुनाए किसी ने। मैं गुरु ग्रंथ साहब नूं मत्था तां टेकिया, ऐसी दलील नहीं दी किसी ने, ऐसी जीवन जात नहीं देता कोई, मैं क्यों ना टेका? सब्सक्राइब करने लई कॉल करो 1844 455 66527। Farm fresh produce and grocery. Now fresh fruits, vegetables, spices, dairy products and grocery in competitive price. The whole new range ਤੁਹਾਡੀਆਂ daily needs ਲਈ।
आज ही विजिट करो बेस्ट ऑफर्स ਲਈ फार्म फ्रेश 10102 116th Street, Richmond Hill, New York 11419. Call 7185770022. For all your legal matters including immigration, bankruptcy and credit card problems, divorce and family law, landlord and tenant matters, criminal and personal injury, call Gahey and Associates for a free initial personal consultation at 718-263-5999. जब कोई बात बिगड़ जाए, जब कोई मुश्किल आ जाए, तब हम आपका साथ देंगे. Anytime you have a complex immigration matter, remember, मैं हूं ना. ਲੈਂਸਿੰਗ ਮਿਸ਼ੀਗਨ ਵਿੱਚ ਖਾਲਸੇ ਦੇ ਜਨਮ ਦਿਹਾੜੇ ਤੇ ਗੁਰੂ ਨਾਨਕ ਸਿੱਖ ਸੈਂਟਰ ਲੈਂਸਿੰਗ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਅਤੇ ਵਿਸਾਖੀ ਮੇਲਾ 26 ਅਪ੍ਰੈਲ ਸ਼ਨੀਵਾਰ ਭੋਗ ਸ਼੍ਰੀ ਅਖੰਡ ਪਾਠ ਸਾਹਿਬ ਜੀ ਸਵੇਰੇ 7 ਵਜੇ ਸ਼੍ਰੀ ਗੁਰਦੁਆਰਾ ਸਾਹਿਬ ਵਿਖੇ। ਇਸ ਮੌਕੇ ਪ੍ਰਸਿੱਧ ਕੀਰਤਨੀਏ ਸ਼ਬਦ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ ਗਾਇਕ ਮਨਮੋਹਨ ਵਾਰਿਸ, ਕਮਲ ਹੀਰ ਤੇ ਸੰਗਤਾਰ। ਇਸ ਸਮਾਗਮ ਤੇ ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ। ਪਹੁੰਚਣ ਲਈ ਸਥਾਨ ਹੈ ਅਡਾਡੋ ਰਿਵਰ ਫਰੰਟ ਪਾਰਕ, 300 ਨਾਰਥ ਗ੍ਰੈਂਡ ਐਵੀਨਿਊ, ਲੈਂਸਿੰਗ, ਮਿਸ਼ੀਗਨ 48933। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਇਹਨਾਂ ਨੰਬਰਾਂ ਤੇ। Preet Furniture of Punjab Nawa Shahar proudly announces their brand new showroom. Come and see variety of furniture for living room, dining room, bedroom, kids room, office furniture and more. Buy ready-made or custom-made, Preet Furniture can do it all. ਤੇ ਆਪਣੀ ਪਸੰਦ ਦਾ ਫਰਨੀਚਰ ਖਰੀਦੋ। ਬਲਵਿੰਦਰ ਸਿੰਘ ਜੀ ਨੂੰ ਅੱਜ ਹੀ ਕਾਲ ਕਰੋ 7188494530 or 9177748566. Preet Furniture. ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਰਿਚਮੰਡ ਹੱਲ ਵੱਲੋਂ ਸਮੂਹ ਟਰਾਈ ਸਟੇਟ ਦੀਆਂ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਦੇ ਸਹਿਯੋਗ ਦੇ ਨਾਲ ਹਰ ਸਾਲ ਦੀ ਤਰ੍ਹਾਂ 27ਵੀਂ ਸਿੱਖ ਡੇ ਪਰੇਡ ਜੋ ਕਿ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ ਮਨਿਆਟਨ ਵਿਖੇ ਕੱਢੀ ਜਾ ਰਹੀ ਹੈ। ਇਹ ਪਰੇਡ 12 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ ਕਿ ਹੁਮ ਹੁਮਾ ਕੇ ਇਸ ਪਰੇਡ ਵਿੱਚ ਆ ਕੇ ਪਹੁੰਚੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ। Plasma Records and Rajveer Entertainment proudly presents Punjabi Virsa 2014. 3 brothers, 3 stars, 1 great show. ਉਹ ਸਾਨੂੰ ਆਸ਼ਕੀ ਦਾ ਸਰਟੀਫਿਕੇਟ ਦੇ ਦਿਓ, ਅਸੀਂ BAM ਕਰ ਕਿਹੜਾ ਹਿਸਾਬ ਲੱਗਣਾ। ਉਹ ਮਿਰਜ਼ਾਈ ਸੌਂ ਗਿਆ ਸੀ, ਨੀਂਦ ਡਰਾਈਵਰ ਨੂੰ ਨਾ ਆਵੇ, ਮਿਰਜ਼ਾਈ ਸੌਂ ਗਿਆ ਸੀ। ਆਪ ਦਾ ਸ਼ੌਕੀਨ ਮੁੰਡਾ ਇਹੀ ਗੱਲਾਂ ਭਾਲਦਾ, ਇਹੀ ਗੱਲਾਂ ਭਾਲਦਾ ਬਈ, ਇਹੀ ਗੱਲਾਂ ਭਾਲਦਾ। ਸਾਡੇ ਦਿਲ ਤੇ ਭਗਤ ਸਿੰਘ ਲਿਖਿਆ, ਕਾਗਜ਼ਾਂ ਦੀ ਲੋੜ ਕੋਈ ਨਾ। ਮੇਰਾ ਕੀਤੀਆਂ ਸ਼ੁਕਰ ਤੇਰਾ ਲੱਖ ਮਾਲਕਾ, ਲੱਖ ਮਾਲਕਾ, ਸਾਨੂੰ ਆਪਣੀ ਸ਼ਰਨ ਵਿੱਚ ਰੱਖ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਵੇਂ ਤੁਹਾਨੂੰ ਆਪਣੇ ਮਨ ਦੀ ਵੇਦਨਾ ਦੱਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕੇਵਲ ਇੱਕ ਕਮੇਟੀ ਨਹੀਂ ਹੈ, ਇੱਕ ਗੁਰਦੁਆਰਾ ਨਹੀਂ ਹੈ, ਬਲਕਿ ਪੰਥ ਦਾ ਇੱਕ ਸਰੂਪ ਹੈ ਜਿਸ ਨੇ ਪੂਰੇ ਸੰਸਾਰ ਦੇ ਪੰਥ ਨੂੰ ਇਕੱਠਾ ਕਰਕੇ ਰੱਖਿਆ ਹੋਇਆ। ਅੱਜ ਅਗਰ ਇਸ ਤੇ ਕਿਸੇ ਵੀ ਕਿਸਮ ਦੀ ਜ਼ੋਖ ਆਂਦੀ ਹੈ ਜਾਂ ਦੂਜੇ ਪਾਸੇ ਕਹਿ ਲਓ ਜਿਸ ਨੇ ਪੰਥ ਦੇ ਉੱਤੇ ਹਮਲਾ ਕਰਨਾ, ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉੱਤੇ ਹਮਲਾ ਕਰੇਗਾ। ਕਮੇਟੀ ਦੇ ਵਿੱਚ ਕਈ ਉਣਤਾਈਆਂ ਹੋ ਸਕਦੀਆਂ,
ਕਈ ਆਸਾਂ ਦੀ ਘਾਟ ਹੋ ਸਕਦੀ ਹੈ, ਪਰ ਜਿਸ ਬੁਨਿਆਦ ਥੱਲੇ ਹਜ਼ਾਰਾਂ ਕੁਰਬਾਨੀਆਂ ਦੇ ਕੇ, ਜਿਸ ਨੂੰ ਅਸੀਂ ਰੋਜ਼ ਅਰਦਾਸ ਵਿੱਚ ਯਾਦ ਕਰਦੇ ਹਾਂ, ਗੁਰਦੁਆਰਾ ਸੁਧਾਰ ਲਹਿਰ ਦੀ ਖਾਤਰ ਪੰਜਾ ਸਾਹਿਬ, ਨਨਕਾਣਾ ਸਾਹਿਬ, ਗੰਗਸਰ, ਜੈਤੋ, ਇੰਨੀਆਂ ਸ਼ਹਾਦਤਾਂ ਦੇ ਬਾਅਦ ਇਹ ਜਿਹੜੀ ਪੰਥਕ ਸੰਸਥਾ ਬਣੀ, ਤੁਹਾਨੂੰ ਉਹਦਾ ਬੜਾ ਹੀ ਮੁੱਢਲਾ ਜਿਹਾ ਔਰ ਸੰਖੇਪ ਜਿਹਾ ਵੇਰਵਾ ਦਿੱਤਾ। ਉਸ ਦੀ ਹੋਂਦ ਦੇ ਉੱਤੇ ਗੰਭੀਰ ਖਤਰਾ ਹੈ। ਅੱਜ ਸਾਡੇ ਨਾਲ, ਸਾਨੂੰ ਖੁਸ਼ੀ ਹੈ ਕਿ ਇਸ ਵਿਸ਼ੇ ਤੇ ਗੱਲ ਕਰਨ ਲਈ ਇਸ ਤੋਂ ਹੋਰ ਚੰਗੀ ਸ਼ਖਸੀਅਤ ਨਹੀਂ ਹੋ ਸਕਦੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਸਾਡੇ ਨਾਲ ਜੁੜੇ ਹਨ, ਔਰ ਇਹਦੇ ਬਾਰੇ ਜੋ ਕਿ ਉਹ ਪੂਰੀ ਤਰ੍ਹਾਂ ਇਸ ਸਾਰੇ ਮੁਕੱਦਮੇ ਦੇ ਨਾਲ, ਪੂਰੇ ਕੇਸ ਦੇ ਨਾਲ ਸ਼ੁਰੂ ਤੋਂ ਜੁੜੇ ਰਹੇ ਹਨ, ਉਹ ਸਾਡੇ ਨਾਲ ਹਨ। ਪ੍ਰਧਾਨ ਸਾਹਿਬ, ਗੈਟ ਪੰਜਾਬੀ ਰਾਹੀਂ ਅਮਰੀਕਾ ਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਤੁਹਾਡਾ ਨਿੱਘਾ ਸਵਾਗਤ। ਜੀ ਆਇਆਂ ਨੂੰ, ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਪ੍ਰਧਾਨ ਸਾਹਿਬ, ਜਿਹੜੀ ਇੰਡੀਆ ਇੱਕ ਕਹਿੰਦੇ ਹੈ ਡੈਮੋਕ੍ਰੈਟਿਕ ਕੰਟਰੀ ਹੈ, ਪਰ ਜਿਹੜੀ ਪੰਥ ਦੀ ਸਭ ਤੋਂ ਵੱਡੀ ਡੈਮੋਕ੍ਰੈਟਿਕ ਇੱਕ ਸੰਸਥਾ ਸੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦਾ ਦਾਇਰਾ ਖੇਤਰ ਸੁੰਗੜਦਾ ਜਿਹੜਾ ਹੈ ਉਹ ਕੇਵਲ ਪੰਜਾਬ ਤੱਕ ਰਹਿ ਗਿਆ। ਹੁਣ ਉਸ ਦੇ ਉੱਤੇ ਵੀ ਹਮਲਾ ਹੋ ਰਿਹਾ ਹੈ ਕਿ ਇਹਦੇ ਚੋਂ ਵੀ ਤੋੜ ਕੇ ਹਰਿਆਣੇ ਦਾ ਵੱਖਰਾ ਕਰਤਾ ਜਾਏ, ਉਹ ਬਿਲਕੁਲ ਵੱਖਰਾ ਵਿਸ਼ਾ। ਪਰ ਅੱਜ ਜਿਹੜੀ ਚੀਜ਼ ਇਹ ਕੀਤੀ ਜਾ ਰਹੀ ਹੈ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਣ ਦੇ ਬਾਵਜੂਦ ਫਿਰ ਵੀ ਮਤਲਬ ਉਸ ਨੂੰ ਕੰਮ ਕਰਨ ਨਹੀਂ ਦਿੱਤਾ ਗਿਆ, ਉਸ ਬਣਾ ਦੇ ਉੱਤੇ ਕਿ ਉਹ ਸੋ ਕਾਲਡ ਨਾਮ ਨਿਹਾਦ ਸਹਿਜਧਾਰੀ ਦੇ ਮੁੱਦੇ ਦੇ ਉੱਤੇ। ਇਸ ਦੇ ਬਾਰੇ ਤੁਸੀਂ ਕੋਈ ਸੰਖੇਪ ਵਿੱਚ ਸਾਡੇ ਦਰਸ਼ਕਾਂ ਨੂੰ ਜਾਣਕਾਰੀ ਦਿਓਗੇ? ਦੇਖੋ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਕਾਇਦਾ ਕਾਨੂੰਨ ਅਨੁਸਾਰ ਇਹਨਾਂ ਨੇ ਇਲੈਕਸ਼ਨ ਕਰਵਾਈ ਹੈ ਜੀ, ਔਰ ਸਰਕਾਰ ਕਰਾਉਂਦੀ ਹੈ। ਸਰਕਾਰੀ ਇਲੈਕਸ਼ਨ ਕਮਿਸ਼ਨ ਜਿਹੜਾ ਗੁਰਦੁਆਰਾ ਇਲੈਕਸ਼ਨ ਕਮਿਸ਼ਨ ਦੀ ਸਥਾਪਨਾ ਕਰਦੀ ਹੈ ਜੀ, ਔਰ ਇਲੈਕਸ਼ਨ ਹੋ ਗਈ। ਇਹਦਾ ਮੇਨ ਟਾਈਮ ਇੱਕ ਸਹਿਜਧਾਰੀ ਨਾਂ ਤੇ ਜੀ ਨੇ ਪਟੀਸ਼ਨ ਪਾਈ ਹੋਈ ਸੀ ਹਾਈ ਕੋਰਟ ਦੇ ਵਿੱਚ ਜੀ, ਔਰ ਕਿਉਂਕਿ ਜਿਹੜੀ ਸਹਿਜਧਾਰੀ ਵੋਟਰ ਨੂੰ ਆਪਣਾ ਵੋਟ ਤੋਂ ਬੰਦ ਕੀਤਾ ਗਿਆ ਸੀ, ਉਹ 2003 ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਹੋਇਆ ਸੀ ਜੀ, ਔਰ ਉਦੋਂ ਵੀ ਐਨਡੀਏ ਦੀ ਸਰਕਾਰ ਸੀਗੀ ਜੀ, ਔਰ ਉਹ ਨੋਟੀਫਿਕੇਸ਼ਨ ਚੈਲੰਜ ਹੋਇਆ ਸੀ ਜੀ। ਉਹ 2003 ਵਿੱਚ ਸਾਡੇ ਜਿਹੜੀ 2003 ਦਾ ਜਿਹੜਾ ਨੋਟੀਫਿਕੇਸ਼ਨ ਸੀ, ਸਾਡੀ ਇਲੈਕਸ਼ਨ ਹੋਣ ਤੋਂ ਬਾਅਦ ਜੀ ਰਿਜ਼ਲਟ ਡਿਕਲੇਅਰ ਹੋ ਗਿਆ। ਰਿਜ਼ਲਟ ਨੋਟੀਫਾਈ ਹੋਣ ਤੋਂ ਪਹਿਲਾਂ ਜੀ ਉਹ ਜਿਹੜਾ ਨੋਟੀਫਿਕੇਸ਼ਨ ਸੀ ਉਹ ਅਲਟਰਾ ਉਹ ਨਲ ਐਂਡ ਵਾਈਡ ਕਰਾਰ ਦਿੱਤਾ ਹਾਈ ਕੋਰਟ ਨੇ ਜੀ, ਔਰ ਇਸ ਕਰਕੇ ਜਿਹੜੀ ਸਾਡੀ ਇਲੈਕਸ਼ਨ ਸੀ ਉਹ ਗੜਬੜ ਚ ਆ ਗਈ। ਉਹ ਮਤਲਬ ਮੈਂ ਸਮਝਦਾ ਕਿ ਇੱਕ ਲੀਗਲ ਮਸਲੇ ਚ ਫਸ ਗਈ ਜੀ ਜੀ। ਉਹਦੇ ਅਗੇਂਸਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਸੁਪਰੀਮ ਕੋਰਟ ਨੇ SLP ਪਾਈ ਸੀਗੀ ਜੀ, ਔਰ SLP ਪਾ ਕੇ ਅਸੀਂ ਉਹਦਾ ਸਟੇ ਲੈਣ ਦੀ ਕੋਸ਼ਿਸ਼ ਕੀਤੀ ਜੀ, ਔਰ ਪਹਿਲਾਂ ਸਾਨੂੰ ਕੁਝ ਦਿਨ ਲਈ ਸਟੇ ਮਿਲਿਆ ਵੀ ਸਹੀ, ਲੇਕਿਨ ਉਹਦੀ ਨੈਕਸਟ ਹੀਅਰਿੰਗ ਦੇ ਵਿੱਚ ਉਹਨਾਂ ਨੇ ਜਦੋਂ ਆਰਗੂ ਹੋਇਆ ਤੇ ਉਹਨਾਂ ਨੇ ਫਿਰ ਸਹਿਜਧਾਰੀ ਦਾ ਮਸਲਾ ਜਦੋਂ ਆਇਆ ਸਾਹਮਣੇ, ਤੇ ਉਹਨਾਂ ਨੇ ਫਿਰ ਸਾਨੂੰ ਜਿਹੜਾ ਸੀ ਉਹ ਸਾਡੇ SLP ਨੂੰ ਸਟੇ ਦੇਣ ਤੋਂ ਨਾ ਕਰ ਦਿੱਤੀ ਜੀ, ਲੇਕਿਨ ਬਾਅਦ ਵਿੱਚ ਤਰੀਕਾ ਪੈਣ ਤੋਂ ਬਾਅਦ ਉਹਨੂੰ ਉਹਨਾਂ ਨੇ ਐਡਮਿਟ ਜ਼ਰੂਰ ਕਰ ਲਿਆ ਜੀ। ਐਡਮਿਟ ਕਰਕੇ ਉਹਨਾਂ ਨੇ ਕਿਹਾ ਕਿ ਕੋਈ ਹਾਊਸ ਨਹੀਂ ਹੈਗਾ, ਕਿ ਪਹਿਲਾਂ ਡਿਸੋਲਵ ਹੋ ਚੁੱਕਾ ਸੀ 2000 ਜਿਹੜਾ ਸੀ ਪਹਿਲਾ ਹਾਊਸ ਸੀਗਾ 2004 ਵਾਲਾ ਜੀ, ਉਹ ਡਿਸੋਲਵ ਹੋ ਚੁੱਕਾ ਸੀ ਮਿਆਦ ਖਤਮ ਹੋਣ ਤੋਂ ਬਾਅਦ 2010 ਦੇ ਵਿੱਚ ਜੀ, ਤੇ ਇਹ ਜਿਹੜਾ ਨਵਾਂ ਬਣਿਆ ਸੀ 11 ਦੇ ਵਿੱਚ, ਇਹਨੂੰ ਉਹਨਾਂ ਨੇ ਨੋਟੀਫਾਈ ਨਹੀਂ ਸੀ ਕੀਤਾ ਗਵਰਨਮੈਂਟ ਨੇ ਜੀ, ਔਰ ਹਾਈ ਕੋਰਟ ਦੇ ਫੈਸਲੇ ਦੇ ਮੁਤਾਬਕ ਨੋਟੀਫਾਈ ਨਹੀਂ ਸੀ ਕੀਤਾ ਜੀ ਜੀ। ਅਸੀਂ ਬੜੀ ਕੋਸ਼ਿਸ਼ ਕੀਤੀ, ਅਸੀਂ ਹੋਮ ਮਿਨਿਸਟਰ ਨੂੰ ਮਿਲੇ, ਅਸੀਂ ਪ੍ਰਾਈਮ ਮਿਨਿਸਟਰ ਨੂੰ ਮਿਲੇ ਜੀ, ਤੇ ਤੁਸੀਂ ਨੋਟੀਫਾਈ ਕਰ ਦਿਓ। ਉਹ ਕਹਿਣ ਲੱਗੇ ਜੀ ਹਾਈ ਕੋਰਟ ਦਾ ਫੈਸਲਾ ਖਿਲਾਫ ਆਇਆ ਹੈ ਤੁਹਾਡੇ, ਜਦ ਤੱਕ ਇਹ ਪਟੀਸ਼ਨ ਫੈਸਲਾ ਸੁਪਰੀਮ ਕੋਰਟ ਨਹੀਂ ਕਰਦੀ ਅਸੀਂ ਕੁਛ ਨਹੀਂ ਕਰ ਸਕਦੇ ਜੀ। ਵੈਸੇ ਮੈਂ ਸਮਝਦਾ ਕਿ ਸਰਕਾਰ ਕੁਛ ਵੀ ਕਰ ਸਕਦੀ ਸੀਗੀ ਜੀ, ਉਹ ਇਹੀ ਚਾਹੁੰਦੇ ਸੀ ਨਾ ਵੀ ਨੋਟੀਫਿਕੇਸ਼ਨ ਜਿਹੜਾ ਉਹ ਨਾਲ ਐਂਡ ਵਾਈਡ ਹੈ ਹਾਂਜੀ, it should have been through act of the parliament ਜੀ ਜੀ, ਪਾਰਲੀਮੈਂਟ 'ਚ ਐਕਟ ਬਣਾ ਦੇਣਾ ਚਾਹੀਦਾ ਸੀਗਾ, ਲੇਕਿਨ ਨਹੀਂ ਬਣਾਇਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਵੀ ਕਾਂਗਰਸ ਹਮੇਸ਼ਾ ਧਾਰਮਿਕ ਮਾਮਲਿਆਂ ਦੇ ਵਿੱਚ ਦਖਲ ਵੀ ਦਿੰਦੇ ਰਹੀ ਹੈ, ਸਿੱਖਾਂ ਦੇ ਮਾਮਲਿਆਂ ਨੂੰ ਅਣਗੌਲਾ ਵੀ ਕਰਦੇ ਰਹੀ ਹੈ, ਸਿੱਖਾਂ ਦੇ ਮਾਮਲਿਆਂ ਵਿੱਚ ਜੀ। ਮੈਂ ਸਮਝਦਾ ਕਿ ਸਾਡੇ ਨਾਲ ਧੋਖਾ ਵੀ ਕਰਦੀ ਰਹੀ ਹੈ ਜੀ,
ਔਰ ਇਸ ਵਾਸਤੇ ਸਾਡੀ ਗੱਲ ਨਹੀਂ ਬਣੀ ਕਿਉਂਕਿ ਮੈਂ ਵੀ ਮਿਲਿਆ ਚੀਫ ਮਿਨਿਸਟਰ ਸਾਹਿਬ ਪ੍ਰਕਾਸ਼ ਸਿੰਘ ਬਾਦਲ ਨੂੰ, ਅਸੀਂ ਇਕੱਠੇ ਵੀ ਮਿਲੇ ਆ, ਲੇਕਿਨ ਉਹਦਾ ਕੋਈ ਰਿਜ਼ਲਟ ਨਹੀਂ ਨਿਕਲਿਆ ਜੀ। ਐਨੀਹਾਊ ਇਹ ਜਿਹੜੀ ਸਾਡੀ SLP ਸੀ ਉਹਨੂੰ ਸਾਨੂੰ ਇਹ ਸੀ ਵੀ ਐਡਮਿਟ ਵੀ ਹੁੰਦੀ ਕਿ ਨਹੀਂ ਹੁੰਦੀ, ਉਹ ਐਡਮਿਟ ਕਰ ਲਿਆ ਗਿਆ ਸੁਪਰੀਮ ਕੋਰਟ ਨੇ ਜੀ। ਐਡਮਿਟ ਕਰਕੇ ਉਹਨੇ ਕਿਹਾ ਵੀ ਵਿਦਨ 1 year ਜਿਹੜਾ ਅਸੀਂ ਇਹਦਾ ਡਿਸੀਜਨ should be decided within 1 year ਜੀ, within 1 year of the admission of the reputation ਜੀ 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 ਜੀ। ਉਹ ਮੋਸਟ ਪ੍ਰੋਬੇਬਲੀ ਜਿਹੜਾ ਸਤੰਬਰ ਦੇ ਵਿੱਚ ਜਾਂ ਅਕਤੂਬਰ ਦੇ ਵਿੱਚ ਜਿਹੜੀ ਉਹਦੀ ਹੀਅਰਿੰਗ ਅਸੀਂ ਐਕਸਪੈਕਟ ਕਰਦੇ ਹਾਂ, ਜੇ ਵਿਦਨ 1 year ਦਾ ਜਿਹੜੀ ਉਹ ਆਰਡਰ ਹੈ ਉਹਦੇ ਤੇ ਅਮਲ ਹੋਵੇਗਾ ਜੀ ਜੀ। ਬਾਕੀ ਦੇਖੋ ਮਸਲਾ ਬੜਾ ਸੀਰੀਅਸ ਹੈ, ਗੰਭੀਰ ਮਸਲਾ ਹੈ ਜੀ। ਸਹਿਜਧਾਰੀਆਂ ਦੇ ਮਾਮਲੇ ਵਿੱਚ ਸਹਿਜਧਾਰੀ ਨਾਂ ਦੀ ਕੋਈ ਚੀਜ਼ ਨਹੀਂ ਜੀ। ਇੱਕ ਸਮੁੱਚੇ ਸਿੱਖ ਜਗਤ ਨੂੰ ਪਤਾ ਹੈ ਕਿ ਸਹਿਜਧਾਰੀ ਸਿੱਖਾਂ ਦੇ ਵਿੱਚ ਕੋਈ ਪਰਿਭਾਸ਼ਾ ਹੀ ਨਹੀਂ ਹੈਗੀ, ਜਾਂ ਸਿੱਖ ਹੈ ਜਾਂ ਪਤਨ ਹੈ, ਔਰ ਇਸ ਵਾਸਤੇ ਕੋਈ ਸਹਿਜਧਾਰੀ ਨਾਂ ਦੀ ਪਰਿਭਾਸ਼ਾ ਨਹੀਂ। ਲੇਕਿਨ ਸਰਕਾਰਾਂ ਜਿਹੜੀਆਂ ਨੇ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਉਹ ਇਸ ਗੱਲ ਦਾ ਫਾਇਦਾ ਉਠਾਉਂਦੀਆਂ। ਮੈਂ ਪ੍ਰਧਾਨ ਸਾਹਿਬ ਇਹਦੇ 'ਚ ਇੱਕ ਗੱਲ ਕਹਿਣੀ ਚਾਹਾਂਗਾ, ਆੜ ਦੇ ਵਿੱਚ ਹਿੰਦੂ ਨੂੰ ਜਾਂ ਕਿਸੇ ਹੋਰ ਜਾਤਾਂ ਦੇ ਲੋਕਾਂ ਨੂੰ ਸ਼ਾਮਲ ਕੀਤਾ ਜਾਏ ਜੀ, ਜਦੋਂ ਇਹਦੇ ਹੋਂਦ ਨੂੰ ਖਤਰਾ ਹੋ ਜਾਵੇ ਜੀ। ਪ੍ਰਧਾਨ ਸਾਹਿਬ ਤੁਹਾਡੀ ਗੱਲ ਬਿਲਕੁਲ ਸਹੀ ਹੈ। ਸਵਾਲ ਇੱਕ ਹੈ, ਦੇਖੋ ਕਿਉਂਕਿ ਜਦੋਂ ਅਸੀਂ ਸਾਰੀਆਂ ਚੀਜ਼ਾਂ ਨੂੰ ਇਕੱਠਿਆਂ ਕਰਕੇ ਵੇਖਦੇ ਹਾਂ ਫਿਰ ਸਿਨੈਰੀਓ ਬੜਾ ਖਤਰਨਾਕ ਨਜ਼ਰ ਆਉਂਦਾ ਹੈ। 1984 ਦਰਬਾਰ ਸਾਹਿਬ ਦੇ ਉੱਤੇ ਘੱਲੂਘਾਰੇ ਦੇ ਬਾਅਦ ਜਦੋਂ ਬਰਨਾਲਾ ਸਰਕਾਰ ਬਣੀ, ਨੱਥਾ ਸਿੰਘ ਦਾਲਮ ਕਮੇਟੀ ਬਣੀ, ਉਹਨਾਂ ਨੇ ਆਪਣੀ ਰਿਪੋਰਟ ਦੇ ਵਿੱਚ ਲਿਖਿਆ ਕਿ ਗੁਰਦੁਆਰਿਆਂ ਦਾ ਸੈਕੂਲਰਾਈਜੇਸ਼ਨ ਕਰਨ ਦੀ ਲੋੜ ਹੈ। ਇਹ ਦਾਲਮ ਕਮੇਟੀ ਦੀ ਰਿਪੋਰਟ ਜਿਹੜਾ ਗੁਰਦੁਆਰਾ ਐਕਟ ਦਾ ਉਹਨਾਂ ਨੇ ਖਰੜਾ ਤਿਆਰ ਕੀਤਾ। ਯਾਨੀ ਗੁਰਦੁਆਰਾ ਕਿਵੇਂ ਸੈਕੂਲਰ ਹੋ ਜਾਏਗਾ, ਧਰਮ ਕਿਵੇਂ ਸੈਕੂਲਰ ਹੋਏਗਾ? ਧਰਮ ਤਾਂ ਇੱਕ ਧਰਮ ਹੈ, ਖੈਰ ਉਹ ਇੱਕ ਵੱਖਰਾ ਵਿਸ਼ਾ ਜੀ। ਅੱਛਾ, ਸ਼੍ਰੋਮਣੀ ਅਕਾਲੀ ਦਲ ਦਾ ਤੇ ਸੈਕੂਲਰਾਈਜੇਸ਼ਨ ਹੋ ਗਿਆ, ਉਹਦੇ 'ਚ ਤੇ ਕੱਲ੍ਹ ਨੂੰ ਕੋਈ ਵੀ ਪ੍ਰਧਾਨ ਬਣ ਸਕਦਾ ਜਿਵੇਂ ਉਹਦਾ ਸਾਰਿਆਂ ਲਈ ਖੁੱਲ੍ਹ ਗਿਆ, ਖੈਰ ਉਹ ਵੀ ਇਸ਼ੂ ਨਹੀਂ। ਪਰ ਸਵਾਲ ਇਹ ਹੈ ਪ੍ਰਧਾਨ ਸਾਹਿਬ ਕਿ ਜਦੋਂ 1973 ਦੇ ਵਿੱਚ, ਜਦੋਂ 1938 73 ਦੇ ਵਿੱਚ ਤੁਹਾਡੇ ਸਾਰੇ ਮਤੇ ਹੈ ਕਿ ਹੁਣ ਕੋਈ ਸਹਿਜਧਾਰੀ ਨਹੀਂ ਹੈ, ਜਾਂ ਸਿੱਖ ਹੈ ਤੇ ਜਾਂ ਸਹਿਜਧਾਰੀ ਹੈ, ਕੋਈ ਹੋਰ ਨਹੀਂ ਹੈਗਾ, ਤਾਂ ਉਸ ਦੇ ਬਾਅਦ ਖੁਸ਼ਵੰਤ ਸਿੰਘ ਨੇ ਵੀ ਇਹੀ ਲਿਖਿਆ ਕਿ ਦੇयर इज नो सच थिंग एज ए क्लीन शेवन सिख, ही सिंपली ए हिंदू बिलीविंग इन सिखिज्म। ਇਹ ਹਿਸਟਰੀ ਆਫ ਦਾ ਸਿੱਖਸ ਪੰਨਾ 305 ਤੇ ਹੈ। ਪਰ ਜਦੋਂ ਇਹਨਾਂ ਨੇ 2003 ਵਿੱਚ ਨੋਟੀਫਿਕੇਸ਼ਨ ਕੀਤਾ, ਇਹ ਤੁਹਾਨੂੰ ਵੀ ਪਤਾ ਸੀ, ਉਸ ਵੇਲੇ ਵੀ ਇਹ ਗੱਲ ਉੱਠੀ ਸੀ ਕਿ ਇਹ ਗਲਤ ਹੈ, ਇਸ ਨੂੰ ਐਕਟ ਨਾ ਹੋਣਾ ਚਾਹੀਦਾ। ਕੀ ਇਹ ਤੁਸੀਂ ਮੰਨੋਗੇ ਨਹੀਂ ਕਿ ਸ਼੍ਰੋਮਣੀ ਕਮੇਟੀ ਦੀ ਗਲਤੀ ਸੀ ਜਾਂ ਕੋਤਾਹੀ ਸੀ ਕਿ ਉਸ ਵੇਲੇ ਕੋਸ਼ਿਸ਼ ਨਹੀਂ ਕੀਤੀ, ਰੋਲਾ ਨਹੀਂ ਪਾਇਆ? ਕਿਉਂਕਿ 3 ਨੋਟੀਫਿਕੇਸ਼ਨ ਹੋਏ, ਇੱਕ ਦਮਦਮਾ ਸਾਹਿਬ ਦਾ, ਇੱਕ ਬੀਬੀਆਂ ਦੀ ਰਿਜ਼ਰਵੇਸ਼ਨ ਦਾ ਤੇ ਇੱਕ ਇਹ ਸੋ ਕਾਲਡ ਸਹਿਜਧਾਰੀ ਦਾ। ਪਰ ਸ਼੍ਰੋਮਣੀ ਕਮੇਟੀ ਦੀ ਚੁੱਪੀ ਦੇ ਨਾਲ ਇਹ ਮਸਲਾ ਹੁਣ ਉੱਠਿਆ, ਇਹਦੇ ਸ਼੍ਰੋਮਣੀ ਕਮੇਟੀ ਦੀ ਅਣਗਹਿਲੀ ਜ਼ਿੰਮੇਵਾਰ ਨਹੀਂ ਹੈਗੀ? ਮੈਂ ਸਮਝਦਾ ਕਿ ਉਦੋਂ ਪਤਾ ਨਹੀਂ ਕੀ ਹਾਲਾਤ ਸੀਗੇ ਜਦੋਂ ਇਹ ਹੋਇਆ, ਜਾਂ ਕਿਵੇਂ ਉਹਨਾਂ ਨੇ ਮਾਰੇ ਮੈਨੇਜ ਕਰਕੇ ਨੋਟੀਫਿਕੇਸ਼ਨ ਵੀ ਜਾਰੀ ਕਰਾਇਆ ਜੀ। ਮੈਨੂੰ ਨਹੀਂ ਸਮਝ ਆਉਂਦਾ ਕੀ ਭਾਵਨਾਵਾਂ ਸੀਗੀਆਂ। ਭਾਵਨਾਵਾਂ ਤਾਂ ਚੰਗੀਆਂ ਹੋਣਗੀਆਂ ਵੀ ਅਸੀਂ ਸਹਿਜਧਾਰੀ ਸਿੱਖਾਂ ਦਾ ਜਿਹੜਾ ਸ਼ਬਦ ਹੈ ਇਹਨੂੰ ਕੱਢ ਦਈਏ ਜੀ, ਪਰ whether it should have been through notification or through parliament, ਉਹ ਨਹੀਂ ਸਮਝ ਸਕਿਆ ਉਹਨਾਂ ਨੇ ਜੀ ਜੀ ਸਲਾਹ ਨਹੀਂ ਦਿੱਤੀ। ਅੱਛਾ, ਇੱਕ ਪ੍ਰਧਾਨ ਸਾਹਿਬ ਇਹ ਦੱਸੋ ਕਿ ਉਸ ਦੇ ਬਾਅਦ 2003 ਤੋਂ ਲੈ ਕੇ 11 ਸਾਲ ਦਾ ਸਮਾਂ ਗੁਜ਼ਰ ਗਿਆ ਤੇ ਅਕਾਲੀ ਦਲ ਦੇ ਕਿਸੇ MP ਨੇ, ਕਿਸੇ ਹੋਰ ਤੁਹਾਡੇ ਭਾਈਵਾਲ BJP ਵਾਲੇ, ਕਿਉਂਕਿ ਉਹਨਾਂ ਦੇ ਅਡਵਾਨੀ ਨੇ ਕੀਤਾ ਸੀ, ਕਿ ਉਹ ਇਹਦੇ 'ਚ ਬਿੱਲ ਪੇਸ਼ ਨਹੀਂ ਸੀ ਕਰ ਸਕਦੇ ਕਿ ਸਰਕਾਰ ਦੀ ਗਲਤੀ ਹੈ, ਅਗਰ ਦੇਣਾ ਸੀ ਤੇ ਉਹਨੂੰ ਪ੍ਰੋਪਰਲੀ ਦਿਓ ਤੇ ਉਹ ਬਿੱਲ ਵੀ ਪੇਸ਼ ਕਰਕੇ ਇਹਨੂੰ ਠੀਕ ਕਰਾ ਸਕਦੇ ਸੀ? ਕਿਸੇ ਨੇ ਕਦੀ ਇਹਦੇ ਲਈ ਕੋਈ ਕੋਸ਼ਿਸ਼ ਨਹੀਂ ਕੀਤੀ? ਕੀਤੀ ਉਹਨੇ ਤੇ ਫਿਰ ਗੱਲ ਕਰੀ ਸੀ, ਰੌਲਾ ਤਾਂ ਇਹ ਹੈ ਉਦੋਂ ਸਰਕਾਰ ਨਹੀਂ ਕੀਤੀ ਸੀ ਜੀ। 8 ਤੋਂ ਬਾਅਦ ਸਰਕਾਰ ਜਿਹੜੀ ਸੀ ਉਹ ਨਹੀਂ, 2004 ਤੋਂ ਬਾਅਦ ਸਰਕਾਰ ਹੀ ਕਾਂਗਰਸ ਦੀ ਆ ਗਈ ਸੀ। ਪਹਿਲਾਂ 4 ਜਾਈ, ਫਿਰ 9 ਜਾਈ ਜੀ। ਉਹਦਾ 3 ਨੋਟੀਫਿਕੇਸ਼ਨ ਹੋਇਆ, 4 ਨੂੰ ਸਰਕਾਰ ਉਹਨਾਂ ਦੀ ਖਤਮ ਹੋ ਗਈ, ਭਾਜਪਾ ਦੀ ਜੀ ਜੀ ਦੀ ਸਰਕਾਰ ਹੀ ਖਤਮ ਹੋ ਗਈ ਜੀ। ਉਸ ਤੋਂ ਬਾਅਦ ਕਾਂਗਰਸ ਆ ਗਈ। ਕਾਂਗਰਸ ਨੂੰ ਜਦੋਂ ਅਸੀਂ ਅਪਰੋਚ ਕੀਤਾ ਤੇ ਉਹਨਾਂ ਨੇ ਰਿਫਿਊਜ਼ ਕਰਤਾ ਜੀ। ਐਕਚੁਅਲੀ ਕੇਸ ਚੱਲਦਾ ਸੀ ਹਾਈ ਕੋਰਟ ਦੇ ਵਿੱਚ, ਅਸੀਂ ਉਹ ਵੀ ਪਰਸਿਊ ਕਰਦੇ ਰਹੇ। ਹਾਂਜੀ, ਅਸੀਂ ਤਾਂ ਸੁਪਰੀਮ ਕੋਰਟ ਦੇ ਵੱਡੇ ਵੱਡੇ ਵਕੀਲ ਵੀ ਲਿਆ ਕੇ ਖੜੇ ਕੀਤੇ ਜੀ ਜੀ ਜੀ, ਗੱਲ ਨਹੀਂ ਬਣੀ। ਤੇ ਪ੍ਰਧਾਨ ਸਾਹਿਬ ਜਿਹੜਾ ਫਿਰ ਜਦੋਂ ਤੁਸੀਂ ਜ਼ਿਕਰ ਕਰ ਰਹੇ ਹੋ ਹਾਈ ਕੋਰਟ ਦੇ ਵਿੱਚ ਜਦੋਂ ਕੇਸ ਗਿਆ, ਔਰ ਹਾਈ ਕੋਰਟ ਨੇ ਵੀ ਸਿੰਪਲੀ ਜਿਹੜਾ ਇਸ਼ੂ ਇਹੀ ਸੀ
ਕਿ ਸਹਿਜਧਾਰੀ ਲਈ ਕੇਸ ਰੱਖਣੇ ਜ਼ਰੂਰੀ ਹੈ ਕਿ ਨਹੀਂ, ਕਿਉਂਕਿ ਭਾਈ ਕਾਹਨ ਸਿੰਘ ਦੀ ਜਿਹੜੀ ਉਹਨਾਂ ਦੀ ਦਿੱਤੀ ਹੋਈ ਤਸਵੀਰ ਹੈ, ਪਰਿਭਾਸ਼ਾ ਹੈ, ਔਰ ਉਹਦੇ 'ਚ ਵੀ ਲਿਖਿਆ ਹੈ ਕਿ ਸਹਿਜਧਾਰੀ ਉਹ ਹੈ ਜਿਹੜਾ ਕਿਰਪਾਨ ਤੇ ਕਛਹਿਰੇ ਦੀ ਰਹਿਤ ਨਹੀਂ ਰੱਖਦਾ। ਇਹਦਾ ਮਤਲਬ ਕੇਸ ਰੱਖਦਾ ਹੈ, ਕੰਘਾ ਰੱਖਦਾ ਹੈ ਔਰ ਕੜਾ ਰੱਖਦਾ ਹੈ, ਇਹ ਵੀ ਉਹਦੇ 'ਚ ਸੀਗਾ। ਪਰ ਸ਼੍ਰੋਮਣੀ ਕਮੇਟੀ ਜੀ ਪਰ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਜਿਹੜਾ ਹਾਈ ਕੋਰਟ ਨੇ ਫੈਸਲਾ ਕੀਤਾ ਨਾ ਜੀ ਸਹਿਜਧਾਰੀਆਂ ਦੇ ਸੰਬੰਧ ਵਿੱਚ ਜੀ, ਉਹਨੇ ਕੋਈ ਇਸ ਪੁਆਇੰਟ ਨੂੰ ਡਿਸਕਸ ਨਹੀਂ ਕੀਤਾ, ਇਸ ਪੁਆਇੰਟ ਨੂੰ ਨਜ਼ਰੀਆ 'ਚ ਨਹੀਂ ਲਿਆਂਦਾ। ਹਾਂਜੀ, ਉਹਦਾ ਸਪੈਸ਼ਲ ਜਿਹੜਾ ਉਹਨਾਂ ਦਾ ਜਜਮੈਂਟ ਆ ਉਹ ਬੜੀ ਕਲੀਅਰ ਹੈ। ਹਾਂਜੀ, we are not taking into consideration the merits or demerits. ਬਿਲਕੁਲ ਬਿਲਕੁਲ, who is a Sikh or who is not a Sikh. ਹਾਂਜੀ, We are just taking into consideration the whether the notification is valid or not. जी जी जी, And we simply say on technical grounds that the notification is not valid. जी, And as such we declare it void. जी जी, ਇਸ ਵਾਸਤੇ ਆਪਣਾ ਜਿਹੜਾ ਹੈਗਾ ਉਹ ਜਜਮੈਂਟ ਤਾਂ ਸਿਰਫ ਓਨਲੀ on technical ground ਹੈ। ਹਾਂਜੀ ਹਾਂਜੀ, Judgment on merits or demerits of the case, whether Sahitari should be a Sikh or not, whether Sahitari should be allowed or not, ਹਾਂਜੀ ਮਾਮਲਾ ਡਿਸਕਸ ਹੀ ਨਹੀਂ ਹੋਇਆ। ਹਾਂਜੀ ਹਾਂਜੀ, ਮੈਂ ਸਮਝਦਾ ਕਿ ਇਹ ਮਾਮਲਾ ਹੁਣ ਸੁਪਰੀਮ ਕੋਰਟ ਦੇ ਵਿੱਚ ਪੂਰੇ ਰੂਪ ਦੇ ਵਿੱਚ ਜੀ ਇਹਨੂੰ ਡਿਸਕਸ ਕੀਤਾ ਜਾਊਗਾ। ਇਹ ਸਰਕਾਰ ਕੱਲ ਨੂੰ ਐਨਡੀਏ ਦੀ ਬਣਦੀ ਅਸੀਂ ਯਤਨ ਕਰਾਂਗੇ ਜਿਹੜਾ ਐਕਟ ਬਣ ਸਕੇ ਜੇ ਕਰਾਂਗੇ ਆਪਣੇ ਵੱਲੋਂ ਤਾਂ ਯਤਨ ਕਰਾਂਗੇ। ਪ੍ਰਧਾਨ ਸਾਹਿਬ ਤੁਸੀਂ ਬਿਲਕੁਲ ਠੀਕ ਫਰਮਾ ਰਹੇ ਹੋ ਕਿ ਇਹਦੇ ਵਿੱਚ ਹਾਈ ਕੋਰਟ ਨੇ ਬਿਲਕੁਲ ਡਿਸਕਸ ਨਹੀਂ ਕੀਤਾ ਮੈਰਿਟਸ ਔਰ ਸਹਿਜਧਾਰੀ ਕੌਣ ਹੈ। ਉਹਦਾ ਕਾਰਨ ਇਹ ਹੈ ਕਿ ਤੁਹਾਡੇ ਵੱਲੋਂ ਹੀ ਫਾਈਲ ਜਿਹੜਾ ਕੇਸ ਲੜਿਆ ਗਿਆ ਸੀ ਮੈਡੀਕਲ ਕਾਲਜ ਦਾ, ਉਹਦੇ ਵਿੱਚ ਪੰਜਾਬ ਹਾਈ ਕੋਰਟ ਨੇ ਬਹੁਤ ਸਪਸ਼ਟ ਤੌਰ ਤੇ ਕਿਹਾ ਕਿ ਸਹਿਜਧਾਰੀ ਲਈ ਵੀ ਸਾਬਤ ਸੂਰਤ ਹੋਣਾ ਜ਼ਰੂਰੀ ਹੈ। ਤੁਹਾਡਾ ਹੀ ਕੇਸ ਜਿਹੜਾ ਹਾਲਾਂਕਿ ਸ਼੍ਰੋਮਣੀ ਕਮੇਟੀ ਸ਼ੁਰੂ ਦੇ ਵਿੱਚ ਥੋੜਾ ਜਿਹਾ ਥਿੜਕੀ ਸੀ ਪਰ ਬਾਅਦ ਹੀ ਤੁਸੀਂ ਉਹਨੂੰ ਕਰੈਕਟ ਕਰਾ ਦਿੱਤਾ ਤੇ ਉਹ ਬਿਲਕੁਲ ਸਪਸ਼ਟ ਫੈਸਲਾ, ਇਸ ਕਰਕੇ ਉਹ ਤਾਂ ਕੋਈ ਡਿਸਪਿਊਟ ਹੈ ਹੀ ਨਹੀਂਗਾ। तो पर जे जी पर अगर जे प्रधान साहब हुणे हो भी जाता है, मान लो मैं तो गल दूसरी कर रहा कि कल नूं ये कहंदे सहजधारियां नूं वोटर बना दिता जाए, तो पर पंजाब हाई कोर्ट का तो फैसला है सहजधारी लई साबत सूरत होना जरूरी है, फिर इन्हां नूं सराणु वर्गियां नूं की रिलीफ मिलेगी? नहीं कुछ भी नहीं जी, फिर ये बैटल शुरू हो जाएगी जेड़ा जसलीन कौर वाला केस थी जी। गुरलीन कौर only Sikh can be a voter of the SGP. Yes, हाँ जी, समझ गया ना जी। हाँ जी, सिख जब वो गिनती च नहीं है अभी सहजधारी को सिख है, हाँ जी, वही जसलीन कौर के केस के मुताबिक, क्योंकि सिख हो सकता जेड़ा किसाधारी होवे, हाँ जी, यहाँ की परिभाषा है भी अमरधारी होवे, गुरसिख होवे, हाँ जी, देखो ये कोई गिनती है ही नहीं, सहजधारी तक कोई नाम निशान भी है नहीं जी जी। सहजधारी की परिभाषा नूं ठीक है, बाकी गल ठीक है, हाई कोर्ट ने उस मसले को टिका भी नहीं किया। हाँ जी, जसलीन कौर का केस सामने आ जाना सी जो करते था जी, उन्होंने किया ही नहीं, उन्होंने कह दिता भी सिंपली नोटिफिकेशन इज नॉट वैलिड। हाँ जी, ओदी वैलिडिटी नूं चैलेंज उन्होंने करता जी। मैं समझदा वैलिडिटी नूं चैलेंज होया ते सानू जेड़ा गवर्नमेंट आइदर टू सुप्रीम कोर्ट या तां साडी एसएलबी दी एक्सेप्ट होवे जी जी लिमिट हो चुकी है जेड़ी, हाँ जी, ਤੇ ਜਾਂ ਜਿਹੜਾ ਹੈਗਾ ਗਵਰਨਮੈਂਟ ਸਾਡਾ ਨੋਟੀਫਿਕੇਸ਼ਨ ਜਾਰੀ ਕਰੇ ਜੀ। ਹੁਣ ਦੇਖੋ ਕਿਸ ਤਰ੍ਹਾਂ ਅਸੀਂ ਕਿਹੜੇ ਮਸਲੇ ਨੂੰ ਲੈ ਕੇ ਕਿਹੜੇ ਪਾਸੇ ਕਾਮਯਾਬ ਹੋਣੇ ਆ ਜੀ। ਉਹ ਡਿਸਾਈਡ ਹੋਣਾ ਹੈ ਜੀ। ਉਹ ਪ੍ਰਧਾਨ ਸਾਹਿਬ ਜਸਲੀਨ ਕੌਰ ਦਾ ਨਹੀਂ ਗੁਰਲੀਨ ਕੌਰ ਦਾ ਕੇਸ ਸੀਗਾ, ਗੁਰਲੀਨ ਕੌਰ ਜਾਂ ਹੋਇਆ ਹਾਂ ਗੁਰਲੀਨ ਕੌਰ ਦਾ ਕੇਸ ਸੀਗਾ ਜਿਹਦੇ ਵਿੱਚ ਉਹਨਾਂ ਨੇ ਅੱਜ ਮੈਨੂੰ ਪਤਾ ਹੀ ਸਾਡੇ ਐਮਬੀਬੀਐਸ ਜੀ ਦਾਖਲੇ ਦੀ ਆਈ ਸੀ ਜੀ ਜੀ ਜੀ। ਤੇ ਉਸ ਤੋਂ ਬਾਅਦ ਵੀ 2-3 ਕੇਸ ਹੋਏ ਨੇ, ਸਾਰੇ ਡਿਸਮਿਸ ਹੋਏ ਆ। ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ। ਉਸ ਤੋਂ ਬਾਅਦ ਵੀ ਕੇਸਾਂ ਦੇ ਮਸਲੇ ਨੂੰ ਲੈ ਕੇ 2-3 ਕੇਸ ਆਏ ਆ, ਹਾਂ ਜੀ, ਉਹ ਡਿਸਮਿਸ ਹੋ ਗਏ ਜਲਦੀ, ਐਡਮਿਟ ਨਹੀਂ ਹੋਏ। हाँ जी हाँ जी। ਤੇ ਪ੍ਰਧਾਨ ਸਾਹਿਬ ਚੋਕੇ ਜਿਹੜਾ ਐਡਾ ਵੱਡਾ ਮਸਲਾ ਹੈਗਾ ਜਿਹਦੇ 'ਚ SGPC ਦੀ ਹੋਂਦ ਦੇ ਉੱਤੇ ਹੀ ਇੱਕ ਸਵਾਲੀਆ ਚਿੰਨ੍ਹ ਲਗਾ ਦਿੱਤਾ ਗਿਆ ਤੇ ਇਹਦੇ ਤੇ ਆਮ ਸੰਗਤ ਦੇ ਵਿੱਚ ਜਾਂ ਕਿਉਂਕਿ ਇਹਦੇ ਤੇ ਕੋਈ ਚਰਚਾ ਨਹੀਂ ਜਾਂ ਤੁਸੀਂ ਵੀ ਨਹੀਂ ਕੋਸ਼ਿਸ਼ ਕੀਤੀ ਆਮ ਸੰਗਤ ਨੂੰ ਇਨਫਾਰਮ ਕਰਨ ਦੀ? ਆਲਤਾ ਰਿਹਾ ਜੀ ਤੁਹਾਡੇ ਤੋਂ ਅੱਜ ਹੋ ਰਿਹਾ ਨਾ, ਠੀਕ ਹੈ, ਪਰ ਇਹਦੇ ਤੇ ਜੀ ਦੇਖੋ ਮੈਂ ਸਮਝਦਾ ਕਿ ਤੁਹਾਡੇ ਰਾਹੀਂ ਅਮਰੀਕਾ ਦੀ ਸੰਗਤ ਨੂੰ ਜਾਂ ਇਹ ਜਿਹੜੀ ਇਧਰਲੇ ਕੰਟਰੀਜ਼ ਨੂੰ ਜਿਹੜਾ ਰਿਫਾਰਮ ਕਰ ਰਿਹਾ ਹੈ ਸਫੀਸ਼ੀਐਂਟ ਜੀ। ਪੰਜਾਬ ਦੇ ਲੋਕ ਤਾਂ ਸਮਝਦੇ ਨੇ, ਇਹਨਾਂ ਨੂੰ ਸਮਝਾਉਣਾ ਔਖਾ ਹੁੰਦਾ ਥੋੜਾ ਜਿਹਾ। ਜੀ 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 ਜੀ। ਗੁੱਸਾ ਬਹੁਤ ਕਰਦੇ ਆ ਨਾ ਜੀ, ਤੇ ਸਾਡੇ ਨਾਲ ਗੁੱਸੇ ਰਹਿੰਦੇ ਆ। ਜੀ ਜੀ ਜੀ। ਪਤਾ ਨਹੀਂ ਕਿਉਂ ਰਹਿੰਦੇ ਆ, ਇਹ ਤਾਂ ਸਾਰਾ ਕੰਮ ਸਿੱਖੀ ਦੇ ਪ੍ਰਚਾਰ ਨਹੀਂ ਕਰਦੇ। ਤੁਸੀਂ ਉਹ ਮੌਕਾ ਨਾ ਦਿਓ ਗੁੱਸਾ
ਸਾਨੂੰ ਸਮਝ ਸਕਣ। ਹਾਂਜੀ, ਤੁਸੀਂ ਉਹ ਮੌਕਾ ਹੀ ਨਾ ਦਿਓ। ਨਹੀਂ, ਮੈਂ ਤਾਂ ਤੇਰੇ ਕਿਹਾ ਜੀ ਵਾਹਿਗੁਰੂ ਕਿਰਪਾ ਕਰੇ ਸਾਨੂੰ ਸਮਝ ਸਕਣ। ਜੀ 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 ਹਾਂਜੀ, ਹਾਂਜੀ। ਠੀਕ ਹੈ। ਤੇ ਸੋ ਉਮੀਦ ਕਰਦੇ ਹੋ ਕਿ ਤੁਸੀਂ ਇਸ ਇਸ਼ੂ ਨੂੰ ਪੂਰੀ ਸੀਰੀਅਸਲੀ ਲੈ ਕੇ, ਕਿਉਂਕਿ ਬਹੁਤ ਸਾਰੇ ਜੀ ਬਕਾਇਦਾ ਜਦ ਤੱਕ ਦਮ ਹੈ, ਜਦ ਤੱਕ ਹਮ ਹੈ ਤਦ ਤੱਕ ਦਮ ਹੈ, ਜਦੋਂ ਤੱਕ ਦਮ ਚਲੇਗਾ ਜੀ ਜ਼ਰੂਰ ਲੜਾਂਗੇ, ਪੂਰਾ ਤਨਦੇਹੀ ਨਾਲ ਲੜਾਂਗੇ, ਇਮਾਨਦਾਰੀ ਨੇਕ ਨੀਤੀ ਨਾਲ ਲੜਾਂਗੇ, ਸਹਿਣਸ਼ੀਲਤਾ ਨਾਲ ਲੜਾਂਗੇ ਜੀ। ਤੇ ਪ੍ਰਧਾਨ ਸਾਹਿਬ, ਜਿਹੜਾ ਹੁਣ ਐਤਕੀ 30 ਸਾਲਾ ਆ ਰਿਹਾ ਘੱਲੂਘਾਰੇ ਦਾ, ਉਹ ਜਿਹੜਾ ਕੇਸ ਜਿਹਦੀ ਤੁਸੀਂ 32 ਕਰੋੜ ਜਮ੍ਹਾਂ ਕਰਾਈ ਹੈ ਫੀਸ, ਉਹਦਾ ਕਿੱਥੇ ਤੱਕ ਪਹੁੰਚੀ ਹੈ ਗੱਲ? ਕੋਈ ਅੱਗੇ ਤਰੀਕਾਂ ਪਈਆਂ ਕੋਈ? ਉਹ ਰੈਪਲੀਕੇਸ਼ਨ ਦਾ ਜਿਹੜਾ ਹੈਗਾ ਸੀ ਜੀ, ਉਹ ਵੀ ਹੋ ਰਿਹਾ। ਤੇ ਮੈਂ ਕਿਹਾ ਜਿਹੜੀ ਪੰਜਾਬ ਗਵਰਨਮੈਂਟ ਨੇ ਰਿਪਲਾਈ ਦੇਣਾ ਹੈ ਉਹ ਵੀ ਤਿਆਰ ਕਰ ਰਹੇ ਸੀਗੇ, ਸ਼ਾਇਦ ਉਹਨਾਂ ਨੇ ਵੀ ਐਡਮਿਟ ਕਰਨਾ ਹੈਗਾ। ਜੀ 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 ਜੀ। ਤੇ ਤੁਸੀਂ ਅਖੀਰ ਦੇ ਵਿੱਚ ਕੋਈ ਸੁਨੇਹਾ ਗੈਟ ਪੰਜਾਬੀ ਦੇ ਰਾਹੀਂ ਅਮਰੀਕਾ ਤੇ ਕੈਨੇਡਾ ਬੈਠੇ ਮੈਂ ਤਾਂ ਇਹ ਅਮਰੀਕਾ ਦੀਆਂ ਸੰਗਤਾਂ ਨੂੰ ਇਹ ਗੱਲ ਕਹੂੰਗਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਸਿੱਖ ਜਗਤ ਦੀ ਇੱਕ ਨੁਮਾਇੰਦਾ ਹੀ ਨਹੀਂ, ਇੱਕੋ ਇੱਕ ਸੰਸਥਾ ਹੈ ਜਿਹਨੂੰ ਸਿੱਖਾਂ ਦੀ ਪਾਰਲੀਮੈਂਟ ਕਿਹਾ ਜਾਂਦਾ, ਜਿਹੜੀ ਸਿੱਖ ਮਸਲਿਆਂ ਦਰਪੇਸ਼ ਸਿੱਖ ਮਸਲਿਆਂ ਨੂੰ ਟੇਕ ਅਪ ਕਰਦੀ ਹੈ, ਚਾਹੇ ਉਹ ਕਿਸੇ ਵੀ ਹੋਵੇ, ਕਿਸੇ ਕੰਟਰੀ 'ਚ ਹੋਵੇ, ਚਾਹੇ ਯੂਰਪੀਅਨ ਕੰਟਰੀ 'ਚ ਹੋਵੇ, ਚਾਹੇ ਅਮਰੀਕਾ 'ਚ ਹੋਵੇ, ਕੈਨੇਡਾ 'ਚ ਹੋਵੇ, ਚਾਹੇ ਇੱਧਰ ਸਾਊਥ ਏਸ਼ੀਅਨ ਕੰਟਰੀਜ਼ ਦੇ ਵਿੱਚ ਹੋਵੇ, ਕਿਸੇ ਵੀ ਕੰਟਰੀ ਦੇ ਵਿੱਚ ਕੋਈ ਸਿੱਖ ਸਮੱਸਿਆ ਆਉਂਦੀ ਹੈ ਤਾਂ ਉਹ ਪਹੁੰਚ ਵੀ ਸ਼੍ਰੋਮਣੀ ਕਮੇਟੀ ਨੂੰ ਕਰਦੇ ਆ ਤੇ ਉਹਨਾਂ ਨੂੰ ਟੇਕ ਅਪ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਦੀ ਹੈ। ਫਿਰ ਧਾਰਮਿਕ ਪੱਖ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਜ਼ਿੰਮੇਵਾਰ ਹੈ ਸਿੱਖ ਮਰਿਆਦਾ ਨੂੰ ਲਾਗੂ ਕਰਾਉਣ ਲਈ, ਸਿੱਖ ਭਾਵਨਾਵਾਂ ਨੂੰ ਸਮਝਣ ਦੀ। ਔਰ ਅਸੀਂ ਯਤਨ ਕਰ ਰਹੇ ਹਾਂ। ਕਿਤੇ ਨਾ ਕਿਤੇ ਕੋਈ ਗਲਤੀ ਜੇ ਹੋ ਜਾਂਦੀ ਹੁੰਦੀ ਕਿ ਤੁਹਾਨੂੰ ਇੰਨਾ ਵੱਡਾ ਮਸਲਾ ਨਹੀਂ ਬਣਾਉਣਾ ਚਾਹੀਦਾ ਵੀ ਤੁਸੀਂ ਸੰਸਥਾ ਨਾਲ ਵੀ ਆਪਾਂ ਕਹੀਏ ਵੀ ਨਹੀਂ ਜੀ ਸੰਸਥਾ ਹੀ ਮਾੜੀ ਹੈ, ਸੰਸਥਾ ਦੇ ਪ੍ਰਧਾਨ ਹੀ ਮਾੜਾ ਫਲਾਣਾ ਮਾੜਾ, ਇਹਦਾ ਨਹੀਂ ਚਾਹੀਦਾ। ਸੰਸਥਾ ਨੂੰ ਚਲਾਉਣ ਲਈ ਸਹਿਯੋਗ ਦੇਣਾ ਚਾਹੀਦਾ। ਜੇ ਤੁਹਾਡੇ ਸਹਿਯੋਗ ਨੂੰ ਨਾ ਪ੍ਰਵਾਨ ਕੀਤਾ ਜਾਵੇ ਫਿਰ ਤੁਹਾਨੂੰ ਗੁੱਸਾ ਕਰਨਾ ਚਾਹੀਦਾ। ਔਰ ਮੈਂ ਸਮਝਦਾ ਕਿ ਆਪ ਸਾਰੇ ਨਾਲ ਕੇ ਯਤਨ ਕਰੀਏ, ਸਿੱਖੀ ਨੂੰ ਇਕਜੁੱਟ ਇਕਮੁੱਠ ਕਰ ਸਕੀਏ, ਸਿੱਖੀ ਦੀ ਏਕਤਾ ਨੂੰ ਬਹਾਲ ਕਰ ਸਕੀਏ, ਸਿੱਖ ਸ਼ਕਤੀ ਨੂੰ ਕਾਇਮ ਕਰ ਸਕੀਏ। ਸਿੱਖ ਸ਼ਕਤੀ ਦਾ ਪ੍ਰਤੀਕ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਵੱਖ-ਵੱਖ ਕਮੇਟੀਆਂ ਸਿੱਖ ਆਪਣੀ ਸਿੱਖ ਸ਼ਕਤੀ ਦਾ ਪ੍ਰਤੀਕ ਨਹੀਂ ਬਣ ਸਕਦੀਆਂ। ਸਿੱਖ ਸ਼ਕਤੀ ਦਾ ਪ੍ਰਤੀਕ ਕੇਵਲ ਤੇ ਕੇਵਲ ਸਤਿਗੁਰੂ ਨੇ ਇੱਕ ਤਾਂ ਜਿਹੜਾ ਧੋਇਆ ਸਾਡਾ ਉਹ ਸ੍ਰੀ ਅਕਾਲ ਤਖਤ ਸਾਹਿਬ ਹੈ, ਤੇ ਦੂਜਾ ਸਿੱਖ ਸ਼ਕਤੀ ਦਾ ਪ੍ਰਤੀਕ ਜਿਹੜਾ ਸਾਡੀ ਚੁਣੀ ਪਾਰਲੀਮੈਂਟ ਹੈ, ਜਿਹਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਹਿੰਦੇ ਆ। ਸਾਨੂੰ ਉਹਦੇ 'ਚ ਵਿਸ਼ਵਾਸ ਰੱਖਣਾ ਚਾਹੀਦਾ ਔਰ ਉਹਦੇ ਲਈ ਤਾਕਤ ਬਣਨੀ ਚਾਹੀਦਾ। ਸਾਨੂੰ ਉਹਦੇ ਲਈ ਸ਼ਕਤੀ ਜਿਹੜੀ ਹੈ ਉਹਦੀ ਸ਼ਕਤੀ ਬਣਨਾ ਚਾਹੀਦਾ। ਜੀ ਬਿਲਕੁਲ, ਤੁਸੀਂ ਸਹੀ ਕਹਿ ਰਹੇ ਹੋ ਕਿ ਇਹ ਪੰਥ ਦੀ ਸੰਸਥਾ ਹੈ, ਪਰ ਇਸ ਦੇ ਨਾਲ ਹੀ ਜੇਕਰ ਪੰਥਕ ਜਥੇਬੰਦੀ ਦੇ ਅਹੁਦੇਦਾਰ ਵੀ ਅਗਰ ਕਿਧਰੇ ਊਣਤਾਈ ਜਾਂ ਕਿਧਰੇ ਢਿੱਲ ਦਿਖਾਣ ਤੇ ਹਰ ਗਰੀਬ ਸਿੱਖ ਨੂੰ ਵੀ ਪੂਰਾ ਹੱਕ ਹੈ, ਉਹ ਸਵਾਲ ਵੀ ਕਰ ਸਕਦਾ ਹੈ ਤੇ ਪੁੱਛ ਵੀ ਸਕਦਾ ਹੈ। ਜੀ 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 ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਧਾਨ ਸਾਹਿਬ ਸਮਾਂ ਦੇਣ ਲਈ। ਔਰ ਇਹ ਮਸਲੇ ਨੂੰ ਆਸ ਕਰਦੇ ਹਾਂ ਛੇਤੀ ਤੋਂ ਛੇਤੀ ਨਜਿੱਠਿਆ ਜਾਏ। ਕਿਧਰੇ ਐਸਾ ਨਾ ਹੋਏ ਜਿਵੇਂ ਮੈਂ ਤੁਹਾਡੇ ਨਾਲ ਸ਼ੁਰੂ 'ਚ ਖਦਸ਼ਾ ਜ਼ਾਹਿਰ ਕੀਤਾ, ਇਹ ਨਾ ਹੋਏ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਖੀਰਲੇ ਪ੍ਰਧਾਨ ਹੋਵੋ। ਸਤਿਗੁਰ ਕਿਰਪਾ ਕਰੇਗਾ ਜੀ, ਅੱਗੋਂ ਵੀ ਆਉਣਗੇ ਪ੍ਰਧਾਨ ਜੀ। ਓਕੇ, ਅੱਛਾ, ਬਹੁਤ ਅੱਛਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਪਿਆਰੇ ਦਰਸ਼ਕੋ, ਇਹ ਸਨ ਜਥੇਦਾਰ ਅਵਤਾਰ ਸਿੰਘ। ਗੱਲ ਬਹੁਤ ਗੰਭੀਰ ਹੈ, ਪਰ ਜੋ ਕਿ ਹੁਣ ਕਾਨੂੰਨੀ ਦਾਅ ਪੇਚਾਂ ਦੇ ਵਿੱਚ ਉਲਝ ਗਈ ਹੈ, ਉਹ ਮੰਗ ਮਨਵਾਈ ਤਾਂ ਸਹੀ, ਔਰ ਕਾਫੀ ਹੁਣ ਦੀ ਨਹੀਂ, ਸ਼ੁਰੂ ਤੋਂ 1938 ਤੋਂ ਕੋਸ਼ਿਸ਼ ਕਰਦਿਆਂ ਹੋਇਆਂ ਕਿ ਇਹ ਡਿਫਾਈਨ ਕਰਨ ਦੀ ਕਿ ਸਹਿਜਧਾਰੀ ਕੌਣ ਹੈ। ਕਿਉਂਕਿ 1938 ਦੇ ਸਮੇਂ ਵਿੱਚ ਪੰਜਾਬ ਜਿਹੜੀ ਭਾਰਤ ਸਰਕਾਰ ਸੀ ਸਹਿਜਧਾਰੀਆਂ ਨੂੰ ਕੁਝ ਸਪੈਸ਼ਲ ਬੈਨੀਫਿਟਸ ਦਿੰਦੀ ਸੀ। ਉਹਦੇ ਤੇ ਕਈ ਗੈਰ ਸਿੱਖ ਇਹਦੇ ਵਿੱਚ ਆਪਣੇ ਆਪ ਨੂੰ ਸਹਿਜਧਾਰੀ ਲਿਖਾ ਰਹੇ ਸੀ। ਫਿਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਲ ਇਹ ਮਸਲਾ ਉੱਠਿਆ ਕਿ ਸਹਿਜਧਾਰੀ ਕੌਣ ਹੈ, ਤਾਂ ਉਹਨਾਂ ਨੇ ਇਹੀ ਕਿਹਾ ਜਿਹੜਾ ਕਿ ਕੇਸਾਂ ਦੀ ਬੇਦਬੀ ਨਾ ਕਰਦਾ ਹੋਏ, ਤੰਬਾਕੂ ਨਾ ਵਰਤਦਾ ਹੋਏ ਅਤੇ ਕੁੱਠਾ ਨਾ ਵਰਤਦਾ ਹੋਏ। ਉਸ ਦੇ ਬਾਅਦ ਇਹ ਸਿਲਸਿਲਾ ਚੱਲਦਾ ਲਿਆ ਔਰ 1973 ਦੇ ਵਿੱਚ ਆ ਕੇ ਫਿਰ ਦੁਬਾਰਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰੈਜ਼ੋਲੂਸ਼ਨ ਪਾਸ ਕੀਤੇ ਔਰ ਇਸ ਦੌਰਾਨ ਭਾਰਤ ਸਰਕਾਰ ਵੱਲੋਂ ਦਖਲ ਦਿੱਤਾ ਜਾਂਦਾ ਰਿਹਾ, ਪਰ ਨਹਿਰੂ ਤਾਰਾ ਸਿੰਘ ਪੈਕਟ ਵਿੱਚ ਭਾਰਤ ਸਰਕਾਰ ਨੇ ਮੰਨਿਆ ਕਿ ਅੱਗੇ ਤੋਂ ਸਰਕਾਰ ਜਿਹੜੀ ਹੈ ਗੁਰਦੁਆਰੇ ਦੇ ਮਾਮਲੇ ਵਿੱਚ ਦਖਲ ਨਹੀਂ ਦੇਗੀ। ਪਰ ਇਹ ਗੱਲ ਕੇਵਲ ਲਫ਼ਜ਼ਾਂ ਤੱਕ ਹੀ ਰਹੀ ਔਰ ਉਸ ਦੇ ਬਾਅਦ ਸਰਕਾਰ ਨੇ ਸ਼੍ਰੋਮਣੀ ਕਮੇਟੀ ਦੇ ਉੱਤੇ ਕਬਜ਼ਾ ਕੀਤਾ, ਪੈਪਸੂ ਦੇ ਗੁਰਦੁਆਰੇ ਸ਼ਾਮਲ ਕਰਕੇ, ਫਿਰ ਕਦੇ ਸਾਧ ਸੰਗਤ ਬੋਰਡ ਬਣਾ ਕੇ,
फिर उसके बाद 84 तो बाद दालम कमेटी राही बहुत ही खतरनाक रिपोर्ट है कि गुरुद्वारियां दा सैकुलराइजेशन कर दिता जाए। कि गुरुद्वारा सैकुलर किद्दां होएगा, कि उस तरह का होएगा जिवें श्रोमणी अकाली दल का सैकुलराइजेशन हो चुका है। सो गल काफ़ी गंभीर। 1983 विच आके भारत सरकार ने ये मंग मन्नी तो सही, पर उस दे विच किस रूप 2003 दे विच अडवाणी सरकार वेले उन्होंने नोटिफिकेशन जारी किया, पर एक गलती सी, नोटिफिकेशन दिता। एक्ट की तरमीम एक्ट नाल हो सकती है, नोटिफिकेशन नाल नहीं हो सकती। पर ये जिहड़ी टैक्नीकल गलती उसकी बिना दे उत्ते अज श्रोमणी कमेटी की होंद नूं ही खतरा लाहक हो गया। समा है एक वक्फे का, तुसी अपने विचार जरूर दो। अंबा ज्वेलर हर किसी दी पहली पसंद। वेस्टर्न ते ट्रेडिशनल ज्वेलरी दी वैरायटी दी है परमार। हर तरह दी पार्टी वेडिंग ओकेजन लई तुहानू करदा है तैयार। नाल ही अवेलेबल हैं 24 कैरेट गोल्ड कॉइन्स ते स्पेशल गिफ्ट्स। अंबा ज्वेलर्स 3713 74th स्ट्रीट, जैक्सन हाइट्स, न्यूयॉर्क। फोन 7186392300। मैं गुरदीप सिंह संधू तुहाडा होम्योपैथिक कंसलटेंट पिछले 26 साल होम्योपैथिक मैडिकल कॉलेजों में पढ़ाने तो बाद 17 सालों तो बे एरिए में थोड़ी सेवा कर रहा हाँ होम्योपैथिक मैडिसिन ते ट्रीटमेंट दे राही। बेसिक तौर पर हर आदमी नूं जाननियां बड़ियां जरूरी ने कि हर बीमारी दी शुरुआत सब तो पहला एहसास तो होंदी है। तुसी हर बीमारी के संबंध में ये गल्लां जान सको कि की हो सकता है, उहदे पिछे कारण की हो सकते हैं और उन्हां दा निवारण किवें हो सकता है सौखे तरीके दे नाल, ताकि वो भयानक रूप धारण करने तो पहला ही छेती तो छेती वो ठीक हो सके। मैं गुरदीप सिंह संधू तुहाडा होम्योपैथिक कंसलटेंट 1192 ईस्ट सेंटा क्लारा स्ट्रीट सनोजे के उपर। मेरा फोन नंबर 4086871899। मुश्किल में जदों अपने छड़ दिन साथ, औखी कड़ी जदों ना आवे कितो आवाज, निराश ना होवो। तुहाडी एक आवाज ते हमेशा तुहाडे नाल। अमेरिकन कानून दी किताब, श्नाइडर लॉ ग्रुप, तजर्बेकार वकील जिन्हां नूं महारत हासिल है क्रिमिनल लॉ, मैट्रीमोनियल, इमीग्रेशन, फाइलिंग बैंकरप्सी, असालम ते डिपोर्टेशन मैटर्स विच हर लीगल सॉल्यूशन तुहाडी अपनी बोली विच। कंटैक्ट श्नाइडर लॉ ग्रुप। कंसल्टेशन ਲਈ विजिट करो अपनी नियरेस्ट ब्रांच विच। वाहेगुरु जी का खालसा वाहेगुरु जी की फतेह। गुरु प्यारी साध संगत जी, हर साल की तरह इस साल भी गुरुद्वारा सिख सेंटर सेलमा कैलीफोर्निया विखे बैसाखी के संबंध विच 20वां महान नगर कीर्तन आप संगतां दी सहयोग नाल 13 अप्रैल दिन ऐतवार नूं हो रहा है। प्रोग्राम 11 अप्रैल आराम श्री अखंड पाठ साहिब सवेरे 8 बजे। 12 अप्रैल निशान साहिब दे चोला साहिब दी सेवा अते अमृत संचार सवेरे 10 बजे। 13 अप्रैल भोग श्री अखंड पाठ साहिब सवेरे 8 बजे। बुलाए गए उगे विद्वानां दीयां तकरीरां 9 बजे तो 10 बजे तक। नगर कीर्तन आराम सवेरे 10 बजे। पंथ प्रसिद्ध ढाडी कीर्तनी जत्थे अते कथावाचक संगतां नूं गुरु जस नाल निहाल करनगे। समूह संगतां नूं बेनती है कि सिंह केसरी दस्तारा सजा के ते बीबियां केसरी चुनियां लैके नगर कीर्तन विच शामिल होण। पहुंचण लई गुरुद्वारा साहिब दा पता है 2211 हाईलैंड एवेन्यू, सेल्मा, कैलिफोर्निया। वधेरे जानकारी लई हेठ लिखे नंबरां ते संपर्क करो। इस नगर कीर्तन का सीधा प्रसारण देखो सिर्फ गेट पंजाबी ते। वाहेगुरु जी का खालसा वाहेगुरु जी की फतेह। पेश है द सबसे बढ़िया रोटी चैलेंज, जिसे जीतने के लिए आपकी रोटी होनी चाहिए स्वादिष्ट और सॉफ्ट। देखते हैं ऋतु जी की रोटी। ठीक है, नेक्स्ट कंटेस्टेंट मीता जी। ये टूटी नहीं रही है, आई एम सॉरी। अब रोमा जी की रोटी। दिखने में अच्छी है, मैदा मिलाया है क्या? जी नहीं, ये बनी है एमपी के खास व्हाइट होल व्हीट आटे से बनी प्रीमियम शरबती चपाती फ्लावर से। इतनी नरम, स्वादिष्ट है। और अब असली चैलेंज, किसकी रोटी रहे 8 घंटों तक फ्रेश, एकदम पापड़। इतनी नरम,
और टेस्टी, वो भी 8 घंटों के बाद। क्योंकि ये बनी है लक्ष्मी शरबती चपाती फ्लावर से, जो रखे आपकी रोटी को बिल्कुल सॉफ्ट और फ्रेश 8 घंटों के बाद भी। लक्ष्मी शरबती चपाती फ्लावर, होल व्हीट नो मैदा, रखे आपकी रोटी को सॉफ्ट और फ्रेश 8 घंटों के बाद भी। ਕੈਲੀਫੋਰਨੀਆ ਦੀਆਂ ਟਰੱਕਿੰਗ ਕੰਪਨੀਆਂ ਵਿੱਚੋਂ ਇੱਕੋ ਇੱਕ ਤਜਰਬੇਕਾਰ ਤੇ ਭਰੋਸੇਯੋਗ ਨਾਮ SNS ਟਰੱਕਿੰਗ, ਜੋ ਪਿਛਲੇ 20 ਸਾਲਾਂ ਤੋਂ ਤੁਹਾਡੀ ਸੇਵਾ ਕਰਦੀ ਆ ਰਹੀ ਹੈ। ਸਾਨੂੰ ਕੈਲੀਫੋਰਨੀਆ ਤੋਂ ਫਲੋਰੀਡਾ ਦੇ ਡੈਡੀਕੇਟਡ ਰਨ ਲਈ ਤਜਰਬੇਕਾਰ ਓਨਰ ਆਪਰੇਟਰਾਂ ਦੀ ਜ਼ਰੂਰਤ ਹੈ। ਲੋਡ ਲਾਉਣ ਤੋਂ ਤੁਰੰਤ ਬਾਅਦ ਆਪਣਾ ਪੇਪਰ ਵਰਕ ਦਫ਼ਤਰ ਵਿੱਚ ਜਮ੍ਹਾਂ ਕਰਵਾਓ ਤੇ ਆਪਣਾ ਚੈੱਕ ਲੈ ਕੇ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਜਾਓ। ਵਧੇਰੇ ਜਾਣਕਾਰੀ ਲੈਣ ਲਈ ਕਾਲ ਕਰੋ ਬਾਈ ਜੀ ਨਾਜਰ ਸਹੋਤਾ ਤੇ ਸਟੀਵ ਢਿੱਲੋਂ ਨੂੰ 559 277 8831 ਉੱਤੇ। ਖਾਲਸੇ ਦੇ 315ਵੇਂ ਸਾਜਨਾ ਦਿਵਸ ਵਿਸਾਖੀ ਪੁਰਬ ਦੇ ਖਾਸ ਮੌਕੇ ਤੇ ਗਦਰੀ ਬਾਬਿਆਂ ਦੇ ਇਤਿਹਾਸਿਕ ਸਥਾਨ ਗੁਰਦੁਆਰਾ ਸਾਹਿਬ ਸਟਾਕਟਨ ਕੈਲੀਫੋਰਨੀਆ ਵੱਲੋਂ ਮਨਾਇਆ ਜਾ ਰਿਹਾ 16ਵਾਂ ਮਹਾਨ ਨਗਰ ਕੀਰਤਨ। ਵਿਸ਼ੇਸ਼ ਪ੍ਰੋਗਰਾਮ 12 ਅਪ੍ਰੈਲ ਦਿਨ ਸ਼ਨੀਵਾਰ ਨੂੰ ਅੰਮ੍ਰਿਤ ਸੰਚਾਰ ਸਵੇਰੇ 8 ਵਜੇ, ਨਿਸ਼ਾਨ ਸਾਹਿਬ ਦੇ ਚੋਲੇ ਦੀ ਸੇਵਾ ਸਵੇਰੇ 9 ਵਜੇ, ਖਾਸ ਦੀਵਾਨ ਸ਼ਾਮੀ 6 ਵਜੇ ਤੋਂ 11:30 ਵਜੇ ਤੱਕ ਸਜਾਏ ਜਾਣਗੇ। 13 ਅਪ੍ਰੈਲ ਦਿਨ ਐਤਵਾਰ ਨੂੰ ਮਹਾਨ ਨਗਰ ਕੀਰਤਨ ਦਾ ਆਯੋਜਨ। पहुंचने लिए पता है गुरुद्वारा साहिब स्टॉकटन कैलिफोर्निया 1930 सिख टेंपल स्ट्रीट स्टॉकटन कैलिफोर्निया 95206। ਵਧੇਰੇ ਜਾਣਕਾਰੀ ਲਈ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ। ਵਿਸਾਖੀ ਦਾ ਸਾਰਾ ਪ੍ਰੋਗਰਾਮ ਗੁਰੂ ਘਰ ਦੀ ਵੈਬਸਾਈਟ www.stocktonguruduarasahib.org ਤੇ ਸਿੱਧਾ ਪ੍ਰਸਾਰਣ ਕੀਤਾ ਜਾਏਗਾ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਹਿਜਧਾਰੀ, ਅਖੌਤੀ ਸਹਿਜਧਾਰੀ ਦੇ ਨਾਮ ਥੱਲੇ ਸ਼੍ਰੋਮਣੀ ਕਮੇਟੀ ਦੀ ਹੋਂਦ ਨੂੰ ਹੀ ਜਿਹੜਾ ਬੜਾ ਵੱਡਾ ਖਤਰਾ ਪੈਦਾ ਹੋ ਗਿਆ, ਜਿਸ ਦੇ ਵਿੱਚ ਕਹਿ ਲਿਆ ਜਾਏ ਟੈਕਨੀਕਲੀ ਤਕਨੀਕੀ ਤੌਰ ਤੇ ਊਣਤਾਈ ਜਾਂ ਗਲਤੀ ਸ਼੍ਰੋਮਣੀ ਕਮੇਟੀ ਦੀ ਵੀ ਸੀ ਕਿ ਅਗਰ ਉਸ ਵੇਲੇ ਸਰਕਾਰ ਨੇ ਇਹ ਅਗਰ ਕੰਮ ਕੀਤਾ ਸੀ ਉਹ ਪ੍ਰੋਪਰਲੀ ਹੁੰਦਾ, ਪ੍ਰੋਪਰ ਤਰੀਕੇ ਨਾਲ ਹੁੰਦਾ, ਪਰ ਉੱਥੇ ਕੀਤੀ ਹੋਈ ਗਲਤੀ ਅੱਜ ਬੜੀ ਵੱਡੀ ਕੀਮਤ ਬਣ ਕੇ ਅਦਾ ਹੋ ਰਹੀ ਹੈ। ਸ਼੍ਰੋਮਣੀ ਕਮੇਟੀ ਦਾ ਨਵੀਂ ਜਿਹੜੀ ਬਣੀ ਹੋਈ ਕਮੇਟੀ ਹੈ, ਪੂਰੇ ਹਾਊਸ ਨੂੰ ਚਾਰਜ ਨਹੀਂ ਲੈਣ ਦਿੱਤਾ ਗਿਆ, ਪੁਰਾਣੇ ਹਾਊਸ ਨੂੰ ਵੀ ਇੱਕ ਪਾਸੇ ਕਰ ਦਿੱਤਾ ਗਿਆ। ਕੇਵਲ ਇਹ 10-12 ਬੰਦੇ ਬੈਠ ਕੇ ਜੋ ਮਰਜ਼ੀ ਕਰ ਲੈਣ, ਇਹ ਸਾਰੇ ਅਧਿਕਾਰ ਇਹਨਾਂ ਨੂੰ ਦੇ ਦਿੱਤੇ ਗਏ। ਕੱਲ੍ਹ ਨੂੰ ਇਸ ਤਰ੍ਹਾਂ ਦੀ ਕੋਈ ਕਮੇਟੀ ਆ ਜਾਏ, ਸਰਕਾਰ ਉਸ ਨੂੰ ਕਰਕੇ ਪੂਰਾ ਹੀ ਪੱਕਾ ਬੋਰਡ ਬਣਾ ਸਕਦੀ ਹੈ, ਜਿਹੜੀ ਕਿ ਕਈ ਪੰਥ ਵਿਰੋਧੀਆਂ ਦੀ ਔਰ ਦੂਸਰੀਆਂ ਧਿਰਾਂ ਦੀ ਸਾਜ਼ਿਸ਼ ਵੀ ਹੋ ਸਕਦੀ ਹੈ। ਇਸ ਖਤਰੇ ਨੂੰ ਸਮਝੀਏ ਔਰ ਇਸੇ ਕਰਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੂੰ ਲੈ ਕੇ ਆਂਦਾ ਔਰ ਬੜੇ ਹੀ ਸਾਫ਼ ਲਫ਼ਜ਼ਾਂ 'ਚ ਉਹਨਾਂ ਕੋਲੋਂ ਸਵਾਲ ਜਵਾਬ ਕੀਤੇ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਕੌਣ ਬੋਲ ਰਹੇ ਜੀ? ਮੈਂ ਪ੍ਰਗਟ ਸਿੰਘ ਬਲ ਬੋਲਦਾ ਜੀ, ਫਰੀ ਮਾਉਂਟ ਤੋਂ ਜੀ। ਜੀ ਜੀ ਬਲ ਸਾਹਿਬ ਜੀ, ਆਇਆਂ ਨੂੰ ਹੁਕਮ ਕਰੋ, ਕੀ ਸੁਨੇਹਾ ਦਿੰਦਾ? ਮੇਰੀ ਬੇਨਤੀ ਹੈ ਜੀ, ਬਹੁਤ ਹੀ ਸਹੀ ਟਾਈਮ ਤੇ ਤੁਸੀਂ ਮੱਕੜ ਸਾਹਿਬ ਨੂੰ ਲਿਆਂਦਾ ਤੇ ਲੋਕਾਂ ਨੂੰ ਸਾਰੀ ਸਥਿਤੀ ਤੋਂ ਚਾਨਣ ਕਰਾਇਆ ਜੀ ਕੀ ਕਮੇਟੀ ਨਾਲ ਚੱਲ ਰਿਹਾ ਜੀ। ਇਹਨਾਂ ਦੇ ਨਸ਼ਿਆਂ ਤੋਂ ਵੇਲ ਮਿਲੇ, ਬਾਦਲ ਦੀ ਚੁਗਲ ਤੋਂ ਬਾਹਰ ਨਿਕਲਣ ਤੇ ਫੇਰ ਹੀ ਕੋਈ ਕੌਮ ਦੀ ਗੱਲ ਕਰਨ। ਵੇਖੋ ਸਿਰ ਕਿੰਨੀਆਂ ਕੁਰਬਾਨੀਆਂ ਤੋਂ ਬਾਅਦ ਇਹ ਜਿਹੜੇ ਕਬਜ਼ੇ ਕੀਤੇ ਹੋਏ ਹੈਗੇ ਸਰਕਾਰਾਂ ਦੇ, ਅੰਗਰੇਜ਼ਾਂ ਦੇ ਪਿੱਠੂਆਂ ਨਾਲ, ਤੇ ਕਿੰਨੇ ਮੋਰਚੇ ਲਾ ਕੇ ਯਾਦ ਕਰਾ ਕੇ ਤੇ ਸ਼੍ਰੋਮਣੀ ਕਮੇਟੀ ਹੋਂਦ ਚ ਲਿਆਂਦੀ ਵੀ ਗੁਰਦੁਆਰੇ ਚੰਗੀ ਸਿਹਤ ਵੱਲ ਜਾਣਗੇ। ਜੀ ਜੀ। ਇਹਨਾਂ ਦੇ ਕਰੋੜਾਂ ਰੁਪਈਏ ਖਰਚ ਦਿੱਤੇ ਤੇਲ ਤੇ ਹੀ, ਇਹ ਆਪ ਹੀ ਆਪਣਾ ਖਾਈ ਜਾਂਦੇ। ਇਹਨਾਂ ਧਿਆਨ ਕਿੱਥੇ ਹੈ ਜੀ ਕੋਈ ਕੌਮ ਵੱਲ? ਅੱਗੇ ਲੀਡਰ ਆਉਂਦੇ ਸੀ, ਪ੍ਰਧਾਨ ਆਉਂਦੇ ਸੀ, ਪੰਥ ਜੀਵੇ ਮੈਂ ਮਰਾਂ। ਹਾਂਜੀ। ਤੇ ਇਹ ਹੁਣ ਆਂਦੇ ਆ ਵੀ ਪੰਥ ਭਾਵੇਂ ਜਿੱਧਰ ਮਰਜੀ ਜਾਵੇ ਅਸੀਂ ਜੀਏ। ਸ੍ਰੀ ਗੁਰੂ ਰਾਮਦਾਸ ਜੀ ਨੇ ਜਦੋਂ ਸ੍ਰੀ ਹਰਿਮੰਦਰ ਸਾਹਿਬ ਦੀ ਸ਼ੁਰੂਆਤ ਕਰਾਈ ਸੀ ਤੇ ਸਾਰੇ ਧਰਮਾਂ ਦੇ ਇਸੇ ਕਰਕੇ ਦਰਵਾਜ਼ੇ ਰੱਖੇ ਸੀਗੇ ਕਿ
ਚਾਰੇ ਕੂਟਾਂ ਦੇ ਲੋਕ ਆਣ ਕੇ ਦਰਸ਼ਨ ਕਰਨ, ਕੋਈ ਜਾਤ ਪਾਤ ਨਹੀਂ ਹੈ ਜੀ ਜੀ ਜੀ। ਇਹਨਾਂ ਦੇ ਰਾਜ ਤੇ ਇੰਨਾ ਮੰਦਭਾਗੀ ਗੱਲ ਹੋ ਗਈ ਵੀ ਪਿੰਡ 'ਚ ਗੁਰਦੁਆਰੇ ਵੀ ਜਾਤਾਂ ਪਾਤਾਂ ਨਾਲ ਸ਼ੁਰੂ ਹੋ ਗਏ ਆ। ਤੇ ਇਹ ਤੇ ਚਾਹੁੰਦੇ ਵੀ ਏਦਾਂ ਲੋਕ ਲੜਦੇ ਰਹਿਣ, ਵੰਡੇ ਰਹਿਣ, ਤੇ ਅਸੀਂ ਆਪਣਾ ਰਾਜ ਭਾਗ ਚਲਾਉਂਦੇ ਰਹੀਏ। ਠੀਕ, ਇਹ ਬਹੁਤ ਚੰਗਾ ਕੀਤਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਾਰਾ ਆਉਣ ਵਾਲਾ ਭੇਖ, ਉਹ ਵੀ ਪੁੱਛਿਆ, ਪਹਿਲਾਂ ਵੀ ਪੁੱਛਿਆ ਵੀ ਕੀ ਤੁਸੀਂ ਕੀਤਾ, ਕਿਉਂ ਸੁੱਤੇ ਰਹੇ, ਕਿਉਂ ਨਹੀਂ ਇਹ ਕੰਮ ਕੀਤਾ ਜੀ। ਪਰ ਪਤਾ ਨਹੀਂ ਜਾਂਦੇ ਇਹਨਾਂ ਦੀ ਨੀਤੀ ਇਹ ਹੈ ਵੀ ਸਾਡੇ ਹੱਥ 'ਚ ਏਦਾਂ ਕਾਬੂ ਆਈ ਰੂ, ਸਾਡੀ ਸਰਕਾਰ ਹੋਣੀ ਉੱਤੇ ਅਸੀਂ ਆਪਣੀ ਕਮੇਟੀ ਬਣਾਵਾਂਗੇ ਤੇ ਆਪਣੇ ਮੌਜ ਮੇਲੇ ਕਰਦੇ ਰਹਾਂਗੇ, ਆਪਣੀ ਮਰਜ਼ੀ ਨਾਲ ਚਲਾਵਾਂਗੇ। ਠੀਕ ਹੈ, ਬਹੁਤ 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 ਤੁਹਾਡਾ ਧੰਨਵਾਦ ਜੀ, ਤੁਸੀਂ ਚਾਨਣਾ ਪਾਇਆ। ਜੀ ਜੀ ਜੀ, ਬਹੁਤ ਬਹੁਤ ਧੰਨਵਾਦ, ਧੰਨਵਾਦ ਤੁਹਾਡਾ, ਸ਼ੁਕਰੀਆ, ਥੈਂਕ ਯੂ। ਹੈਲੋ ਹੈਲੋ, ਹਾਂਜੀ ਤੁਸੀਂ ਲਾਈਨ ਤੇ ਹੋ? ਹੈਲੋ, ਹਾਂਜੀ ਤੁਸੀਂ ਲਾਈਨ ਦੇ ਉੱਤੇ, ਹਾਂਜੀ ਹਾਂਜੀ, ਹੈਲੋ ਹੈਲੋ ਲਾਂਬਾ ਸਾਹਿਬ, ਸਤਿ ਸ਼੍ਰੀ ਅਕਾਲ। ਮੈਂ ਬਲਜਿੰਦਰ ਸਿੰਘ ਸਰਕਲ ਨਿਊਯਾਰਕ ਤੋਂ ਬੋਲ ਰਿਹਾ ਜੀ। ਜੀ ਭਾਈ ਸਾਹਿਬ ਜੀ, ਹਾਂਜੀ ਹਾਂਜੀ, ਹੁਕਮ ਕਰੋ ਭਾਈ ਸਾਹਿਬ। ਹਾਂ ਬਿਲਕੁਲ, ਅੱਜ ਤੁਸੀਂ ਬਹੁਤ ਹੀ ਮੁੱਦਾ, ਬਹੁਤ ਹੀ ਸੰਜੀਦਾ ਮੁੱਦਾ ਲਿਆਂਦਾ ਜਿਹਦੀ ਕਿ ਬਹੁਤ ਹੀ ਜ਼ਿਆਦਾ ਜ਼ਰੂਰਤ ਆ ਜੀ। ਪਰ ਜੇ ਤਾਂ ਅਵਤਾਰ ਸਿੰਘ ਮੱਕੜ ਉਹਨਾਂ ਨੇ ਗੱਲਬਾਤ ਸੁਣ ਰਿਹਾ ਸੀ, ਮੈਨੂੰ ਤੇ ਐਂ ਲੱਗ ਰਿਹਾ ਸੀ ਕਿ ਸਿਰਫ ਇਹ ਲੋਕ ਜਿਹੜੇ ਅਹੁਦਿਆਂ ਦੇ ਉੱਤੇ ਬਿਰਾਜਮਾਨ ਨੇ ਉਹਨਾਂ ਦੇ ਬੈਨੀਫਿਟਸ ਲੈਣਾ ਹੀ ਇਹਨਾਂ ਦਾ ਮੁੱਖ ਜਿਹੜਾ ਕੰਮ ਲੱਗਦਾ ਵਾ। ਤੇ ਬਾਕੀ ਜਿੱਥੋਂ ਤੱਕ ਇਹਨਾਂ ਦੀਆਂ ਜ਼ਿੰਮੇਵਾਰੀਆਂ ਨੇ ਪੰਥ ਦੀ ਹੋਂਦ ਪ੍ਰਤੀ ਜਾਂ ਪੰਥ ਦੀ ਜਿਹੜੀ ਪਹਿਚਾਣ ਪ੍ਰਤੀ ਆ ਨਾ, ਉਹ ਤੇ ਬਿਲਕੁਲ ਹੀ ਉਸ ਪ੍ਰਤੀ ਗੈਰ ਸੰਜੀਦਾ ਲੋਕ ਨੇ ਇਹ। ਤੇ ਇਹਨਾਂ ਦੀ ਮੁੱਖ ਜ਼ਿੰਮੇਵਾਰੀ ਤੇ ਇਹੋ ਹੀ ਆ ਕਿ ਬਾਦਲ ਦਲ ਜਿਹੜਾ ਵਾ ਉਹਨੂੰ ਬੈਨੀਫਿਟ ਸ਼੍ਰੋਮਣੀ ਕਮੇਟੀ ਕਿਸ ਤਰ੍ਹਾਂ ਦਵਾ ਸਕੇ। ਸ਼੍ਰੋਮਣੀ ਕਮੇਟੀ ਨੂੰ ਉਹਦੇ ਲਈ ਹੀ ਯੂਜ਼ ਕਰਨਾ ਇਹਨਾਂ ਦਾ ਮੁੱਖ ਮਕਸਦ ਰਹਿ ਗਿਆ। ਤੇ ਬਾਕੀ ਤੁਹਾਡੇ ਵੱਲੋਂ ਜਿਹੜੀ ਜਾਗਰੂਕ ਕੀਤਾ ਗਿਆ ਅੱਜ ਇਸ ਮੁੱਦੇ ਪ੍ਰਤੀ, ਤੇ ਇਹ ਸਾਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ। ਤੇ ਇਹਨਾਂ ਅਹੁਦੇਦਾਰਾਂ ਨੂੰ ਇਸੇ ਤਰ੍ਹਾਂ ਖਿੱਚਦੇ ਰਿਹਾ ਕਰੋ। ਤੁਹਾਡੀ ਇੰਟਰਵਿਊ ਬਹੁਤ ਹੀ ਵਧੀਆ ਸੀ, ਤੁਸੀਂ ਬਹੁਤ ਹੀ ਔਖੇ ਸਵਾਲ ਕੀਤੇ ਜਿਹਦਾ ਕਿ ਉਹਨਾਂ ਕੋਲ ਜਵਾਬ ਨਹੀਂ ਸੀਗਾ। ਮੈਂ ਬਸ ਇੰਨਾ ਹੀ ਕਹਿਣਾ ਚਾਹੁੰਦਾ। ਗੱਲ ਇਹ ਮੈਨੂੰ ਇਦਾਂ ਜਾਪਦਾ ਹੈਗਾ, ਇਸ ਦੇ ਉੱਤੇ ਉਹ ਅਕਬਰ ਅਲ ਆਬਾਦੀ ਦੀ ਜਿਹੜੀਆਂ ਦੋ ਲਾਈਨਾਂ ਯਾਦ ਆਉਂਦੀਆਂ, ਜੋ ਬਾਤ ਮੁਨਾਸਿਬ ਹੈ वो हासिल नहीं करते, जो अपनी गिरह में है उसे खो भी रहे हैं, बेइल्म भी हम लोग हैं, गफलत भी है तारी, अफसोस की अंधे भी हैं और सो भी रहे हैं। ਕੋਈ ਸ਼ੱਕ ਨਹੀਂ, ਇਹ ਗਫਲਤ ਦੀ ਨਿਸ਼ਾਨੀ ਹੈ ਜੀ। ਇਹਨਾਂ ਨੂੰ ਬੈਠਿਆਂ ਬਿਠਾਇਆਂ ਨੂੰ ਇਹਦੇ ਸ਼੍ਰੋਮਣੀ ਕਮੇਟੀ ਮਿਲ ਗਈ ਆ, ਤੇ ਸਿਰਫ ਬੈਨੀਫਿਟ ਜਿਹੜੇ ਇਹਦੇ ਅਹੁਦਿਆਂ ਨੂੰ ਮਿਲ ਰਹੇ, ਸਿਰਫ ਉਹਨਾਂ ਨੂੰ ਇੰਜੋਏ ਕਰਨਾ ਹੀ ਇਹ ਸਿਰਫ ਆਪਣੀ ਜੌਬ ਸਮਝ ਰਹੇ ਆ। ਤੇ ਬਿਲਕੁਲ ਉਹਨਾਂ ਕੁਰਬਾਨੀਆਂ ਨੂੰ ਜਿਨ੍ਹਾਂ ਕਰਕੇ, ਉਹਨਾਂ ਆਸ਼ਿਆਂ ਨੂੰ ਜਿਨ੍ਹਾਂ ਕਰਕੇ ਸ਼੍ਰੋਮਣੀ ਕਮੇਟੀ ਬਣਾਈ ਗਈ ਸੀ, ਉਹਨਾਂ ਵਿਰੋਧੀ ਬਿਲਕੁਲ ਗੈਰ ਸੰਜੀਦਾ ਇਹ ਲੋਕ ਨਜ਼ਰ ਆ ਰਹੇ। ਜੀ ਜੀ, ਬਹੁਤ ਮਾਮਲਾ ਗੰਭੀਰ ਹੈ ਔਰ ਤੁਸੀਂ ਜ਼ਰੂਰ ਆਪਣੇ ਵਿਚਾਰ ਜ਼ਰੂਰ ਈਮੇਲ ਕਰੋ lamba@getpunjabi.tv ਤੇ ਕਿ ਇਹਨਾਂ ਨੂੰ ਅਸੀਂ ਕਿਸ ਤਰੀਕੇ ਦੀ ਰਾਏ ਦੇ ਸਕਦੇ ਆ, ਇਸ ਗੰਭੀਰ ਮਸਲੇ ਦੇ ਉੱਤੇ ਕੀ ਕਰਨਾ ਚਾਹੀਦਾ ਹੈ, ਕਿਵੇਂ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ, ਕਿਉਂਕਿ ਆਉਣ ਵਾਲਾ ਸਮਾਂ ਬਹੁਤ ਹੀ ਖਤਰਨਾਕ ਹੋ ਸਕਦਾ ਹੈ। ਕਿਉਂਕਿ ਜਿਹੜੀ ਪਾਰਟੀ ਭਾਈਵਾਲ ਹੈ ਉਹ ਇਹਨਾਂ ਦੇ ਕਿਸੇ ਵੀ ਪ੍ਰੋਗਰਾਮ ਦੇ ਨਾਲ ਸਹਿਮਤ ਨਹੀਂ ਹੈ ਔਰ ਉਹਨਾਂ ਦੇ ਹੁੰਦਿਆਂ ਫਿਰ ਇਹ ਕਿਸ ਤਰੀਕੇ ਨਾਲ ਕੰਮ ਕਰਨਗੇ, ਇਹ ਪ੍ਰੋਗਰਾਮ ਦਾ ਮੁੱਖ ਮੁੱਦਾ ਸੀ। ਇੱਕ ਪ੍ਰੋਗਰਾਮ ਹੋਰ ਲੈ ਕੇ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।